ਆਪਾਂ ਲਾਲ ਸਿੰਘ ਦਿਲ ਤੇ ਆ ਜਾਈਏ। ਲਾਲ ਸਿੰਘ ਦਿਲ ਦੇ ਵਿੱਚ, ਲਾਲ ਸਿੰਘ ਦਿਲ ਜਦੋਂ ਕਹਿੰਦਾ ਮਜੂਰਨ ਤਵੇ ਤੇ ਦਿਲ ਨੂੰ ਪਕਾਉਂਦੀ ਹੈ, ਚੱਲ ਟਾਲੀ ਥੀ ਹੱਸਦਾ ਹੈ, ਬਾਲ ਨਿੱਕੇ ਨੂੰ ਪਿਓ ਬਹਿ ਕੇ ਬਰਾਉਂਦਾ ਹੈ, ਤੜਾਗੀ ਦੇ ਘੁੰਗਰੂ ਵਜਾਉਂਦਾ ਹੈ ਤੇ ਨੱਚਦਾ ਹੈ, ਇਹ ਗੀਤ ਨਹੀਂ ਮਰਦੇ ਨਾ ਦਿਲਾਂ ਚੋਂ ਨਾਚ ਮਰਦੇ ਨੇ। ਵਾਹ, ਤੁਹਾਨੂੰ ਯਾਦ ਹੈ? ਹਾਂ, ਮੈਨੂੰ ਇਹ ਪੁਆਇੰਟ ਯਾਦ ਆ। ਤੇ ਸਿਚੁਏਸ਼ਨ ਇਹ ਆ ਕਿ ਦੋਨੋਂ ਹੀ ਸਿਚੁਏਸ਼ਨਸ ਨੇ ਉਹ ਸਿਮਲਟੇਨੀਅਸਲੀ ਉੱਥੇ ਪਈਆਂ ਪਈਆਂ। ਮਤਲਬ ਮੈਨੂੰ, ਮਤਲਬ ਪੂਰਨ ਸਿੰਘ ਨੂੰ ਮੈਂ ਨਾ ਵੀ ਵਿਸ਼ਵਾਸ ਕਰਾਂ ਤਾਂ ਮਤਲਬ ਲਾਲ ਸਿੰਘ ਦਿਲ ਦੀ ਜਿਹੜੀ ਸਥਿਤੀ ਆ ਉਹ ਉਹਨਾਂ ਲੋਕਾਂ ਦੇ ਵਿੱਚ ਸਥਿਤ ਆ ਜਿਹੜੇ ਲੋਕ ਮਤਲਬ ਇਹ ਸਾਰੇ ਕਹਿਰ ਦੇ ਸ਼ਿਕਾਰ ਨੇ। ਤੇ ਉਹ ਕਿਸਾਨ ਹੀ ਨਹੀਂ, ਕਿਸਾਨ ਮਜ਼ਦੂਰ ਹੈ ਇੱਕ ਉਹ ਬੰਦਾ। ਜੇ ਉਹ ਵੀ ਇੱਕ ਮਤਲਬ ਕੋਈ ਚੀਜ਼ ਹੋਪ ਦੇਖਦਾ, ਇੱਕ ਸਾਰੀ ਚੀਜ਼ ਦੇਖਦਾ ਔਰ ਉਹਦੀ ਸਾਰੀ ਸਟੋਰੀ ਹੀ ਹੋਪ ਦੀ ਆ। ਅੱਛਾ, ਇਸੇ ਤਰ੍ਹਾਂ ਨਾਲ ਬਹੁਤ ਸਾਰੇ ਲੋਕ ਨੇ ਜਿਹੜੇ ਕੁਛ ਨਾ ਕੁਛ ਖੂਬਸੂਰਤ ਪਹਿਲੂ ਲੱਭਣ ਦੀ ਕੋਸ਼ਿਸ਼ ਕਰਦੇ ਨੇ ਤੇ ਜਾਂ ਕੁਛ ਬੇਸਿਕ ਚੀਜ਼ਾਂ ਲੱਭਣ ਦੀ ਕੋਸ਼ਿਸ਼ ਕਰਦੇ ਨੇ ਜਿੱਥੋਂ ਉਹ ਮਤਲਬ ਰੀਕਨਸਟਰਕਟ ਕਰ ਸਕਣ। ਮਤਲਬ ਜਿਵੇਂ ਪੂਰਨ ਸਿੰਘ ਜਿਹੜਾ ਦੇਖ ਰਿਹਾ ਉਹ ਕਿਸਾਨੀ ਦੀ ਆਰਥਿਕ ਸਥਿਤੀ ਨਹੀਂ ਦੇਖ ਰਿਹਾ, ਉਹ ਉਹਦੀ ਮਾਨਸਿਕ ਸਥਿਤੀ ਆ ਜਿਹੜੀ ਇੱਕ ਜੱਟ ਦੀ, ਉਹ ਉਹਨੇ ਕੰਸਟਰਕਟ ਕੀਤੀ ਹੋਈ ਆ ਜਿਹੜੀ ਕਿ ਅਸੀਂ ਥਰੂ ਆਊਟ ਮਤਲਬ ਕੰਸਟਰਕਟ ਕਰਦੇ ਰਹੇ ਹਾਂ। ਔਰ ਉਹਨੂੰ ਹੁਣ ਦੂਸਰੇ ਪਾਸੇ ਜਦੋਂ ਪਿਓਰਲੀ ਅਸੀਂ ਉਹਨੂੰ ਆਰਥਿਕ ਪੱਖ ਤੋਂ ਦੇਖਦੇ ਆ ਤਾਂ ਸਰਟਨਲੀ ਉਹਦੀਆਂ ਬਹੁਤ ਸਾਰੀਆਂ ਜਿਹੜੀਆਂ ਸਾਨੂੰ ਸਿਰਫ ਦਿਖਾਈ ਉਹ ਦੇਗਾ। ਦੋਨੋਂ ਹੀ ਮੈਨੂੰ ਲੱਗਦਾ ਕਿ ਚੀਜ਼ ਨੂੰ ਮਤਲਬ ਇੱਕ ਮਤਲਬ ਹਾਥੀ ਦੀ ਪੂਛ ਦੇਖ ਰਿਹਾ, ਦੂਜਾ ਹਾਥੀ ਦੀ ਸੁੰਡ ਦੇਖ ਰਿਹਾ। ਆਪਾਂ ਟੋਟਲ ਸਥਿਤੀ ਨੂੰ ਨਹੀਂ ਅੰਡਰਸਟੈਂਡ ਕਰ ਪਾ ਰਹੇ। ਮਤਲਬ ਸੁਸਾਇਟੀ ਦੇ ਜਿਹੜੇ ਤਿੰਨੋਂ ਪੱਖ ਨੇ, ਚਾਹੇ ਉਹ ਪੋਲੀਟੀਕਲ ਪੱਖ ਆ ਜਾਂ ਉਹ ਇਕਨੋਮਿਕ ਪੱਖ ਆ ਜਾਂ ਉਹ ਕਲਚਰਲ ਪੱਖ ਆ, ਤਿੰਨਾਂ ਨੂੰ ਮਤਲਬ ਜੋੜ ਕੇ ਦੇਖਣ ਦੀ ਜਿਹੜੀ ਸੰਭਾਵਨਾ ਹੈਗੀ ਆ ਉਹ ਪੰਜਾਬੀ ਲਿਟਰੇਚਰ ਦੇ ਵਿੱਚ ਬਹੁਤ ਘੱਟ ਆ। ਤੇ ਇਸੇ ਕਰਕੇ ਜਿਹੜੇ ਮਤਲਬ ਹੁਣ ਬਹੁਤ ਜਿਹੜੇ ਅਵੇਅਰ ਲੋਕ ਨੇ, ਮਤਲਬ ਮੈਂ ਮਜਬੂਰ ਹੋ ਕੇ ਕੱਲ ਅੱਧਾ ਕੁ ਨਾਵਲ ਪੜ੍ਹਿਆ, ਉਹਦਾ ਕੁਝ 10-20 ਸਫ਼ੇ ਪੜ੍ਹੇ, ਆਪਣਾ ਜਸਵੀਰ ਮੰਡ ਦੇ ਨਹੀਂ, ਜਸਵੀਰ ਮੰਡ ਦੇ ਨਹੀਂ, ਅਰਜਿੰਦਰਪਾਲ ਮੈਂ ਤੈਨੂੰ ਪੁੱਛਿਆ ਸੀ ਉਹਦਾ ਰੋਹੀ ਬੀਆਬਾਨ। ਹਾਂ, ਰੋਹੀ ਬੀਆਬਾਨ ਮੈਨੂੰ ਮਿਲਿਆ ਸੀ ਇੱਕ ਬੁਰਕੇ ਵਾਲੇ ਲਟੇਰੇ, ਰਾਤ ਦੇ ਰਾਹੀ, ਰਾਤ ਦੇ ਰਾਹੀ, ਉਹਦੇ ਮੈਂ ਕੁਝ ਪੇਜਸ ਪੜ੍ਹੇ। ਮਤਲਬ ਉੱਥੇ ਜੋ ਵਿਰਸੇ ਦਾ ਜਿਹੜਾ ਪੀਰੀਅਡ ਆ ਉਹਦਾ ਤੇ ਰਾਤ ਦੇ ਰਾਹੀ ਦਾ ਪੀਰੀਅਡ ਆਲਮੋਸਟ ਸੇਮ ਆ, ਇੱਕੋ ਪੀਰੀਅਡ ਦੀ ਗੱਲ ਕਰ ਰਹੇ ਨੇ। ਵਿਰਸਾ ਵੀ ਉਸੇ ਟਾਈਮ ਤੇ ਮਤਲਬ ਜੀ ਹੈ ਤੇ ਉਹ ਵੀ ਉਸੇ ਟਾਈਮ ਤੇ ਜੀ ਹੈ। ਜਿਹੜਾ ਵਿਰਸਾ ਉਹ ਜਿੰਨਾ ਰੋਮਾਂਟਿਸਾਈਜ਼ ਕਰ ਰਿਹਾ ਨੇਚਰ ਤੇ ਉਹਦੇ ਰਿਲੇਸ਼ਨਸ਼ਿਪ ਨੂੰ, ਉੱਥੇ ਰਾਤ ਦੇ ਰਾਹੀ ਦੇ ਜਿਹੜੇ ਕਿਸਾਨ ਨੇ ਜਿਹੜੇ ਖੇਤਾਂ 'ਚ ਬੈਠੇ ਨੇ ਉੱਥੇ ਵੀ ਉਹਨਾਂ ਨੂੰ ਨੇਚਰ ਦਿਖਾਈ ਨਹੀਂ ਦੇ ਰਹੀ। ਉਹ ਇੰਨੇ ਦਬੇ ਕੁਚਲੇ ਨੇ, ਇੰਨੇ ਉਹ ਮਤਲਬ ਵਾਇਲੈਂਸ ਦੇ ਇੰਨੇ ਹੋਏ ਨੇ ਕਿ ਉਹਨਾਂ ਨੂੰ ਹਰ ਥਾਂ ਤੇ ਵਾਇਲੈਂਸ, ਹਰ ਥਾਂ ਤੇ ਤਸ਼ੱਦਦ, ਹਰ ਥਾਂ ਤੇ ਲੁੱਟ, ਇਹ ਸਾਰਾ ਕੁਝ ਦਿਖਾਈ ਦੇ ਰਿਹਾ। ਮਤਲਬ ਤੇ ਉਹਦੇ ਵਿੱਚ ਹੀ ਉਹ ਫਸੇ ਹੋਏ ਨੇ। ਉੱਥੇ ਤੁਸੀਂ ਇਮੈਜਿਨ ਨਹੀਂ ਕਰ ਸਕਦੇ ਕਿ ਵਿਰਸੇ ਦਾ ਨੈਰੇਟਿਵ ਇਹੋ ਜਿਹਾ ਵੀ ਪੋਸੀਬਲ ਹੈ। ਸੋ ਮੈਨੂੰ ਤਾਂ ਇਹ ਗੱਲ ਇਹੀ ਲੱਗਦੀ ਆ ਕਿ ਅਸੀਂ ਲਿਟਰੇਚਰ ਦਾ ਲਾਈਫ ਦੇ ਨਾਲ ਕੀ ਰਿਲੇਸ਼ਨਸ਼ਿਪ ਆ, ਇਹੀ ਹਾਲੇ ਡਿਸਾਈਡ ਨਹੀਂ ਕਰ ਸਕੇ ਕਿ ਲਿਟਰੇਚਰ ਨੇ ਲਾਈਫ ਨਾਲ ਜਾਂ ਸੁਸਾਇਟੀ ਦੇ ਨਾਲ ਕਿਸ ਕਿਸਮ ਦਾ ਰਿਲੇਸ਼ਨਸ਼ਿਪ ਰੱਖਣਾ। ਕੀ ਉਹ ਕੋਈ ਉਹਨੂੰ ਪੋਰਟਰੇ ਕਰਨਾ, ਉਹਨੂੰ ਕ੍ਰਿਟੀਕਲੀ ਐਗਜ਼ਾਮਿਨ ਕਰਨਾ, ਜਾਂ ਉਹਦੇ ਵਿੱਚੋਂ ਕੋਈ ਅੱਛੀਆਂ ਚੀਜ਼ਾਂ, ਸੰਭਾਵਨਾਵਾਂ ਨੂੰ ਉਜਾਗਰ ਕਰਨਾ। ਸੋ ਮਤਲਬ ਜਿਸ ਬੰਦੇ ਨੂੰ ਜਿਸ ਤਰ੍ਹਾਂ ਦੀ ਲਿਟਰੇਚਰ ਦੇ ਵਿੱਚ ਆਈਡੀਓਲੋਜੀ ਆ, ਜਿਸ ਕਿਸਮ ਦੀ ਉਹਦੀ ਸੋਚ ਆ, ਉਸ ਕਿਸਮ ਨਾਲ ਉਹ ਸੁਸਾਇਟੀ ਨੂੰ ਦੇਖਣਾ ਸ਼ੁਰੂ ਕਰ ਦਿੰਦਾ। ਸੋ ਮਤਲਬ ਫਿਰ ਜਦੋਂ ਆਪਾਂ ਲਿਟਰੇਚਰ ਪੜ੍ਹਦੇ ਹਾਂ, ਆਪਾਂ ਇਹ ਮਤਲਬ ਪਾਠਕ ਦੀ ਵੀ ਇੱਥੇ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਕੋਈ ਬੰਦਾ ਲਾਈਫ ਮਤਲਬ ਕਿਸਾਨੀ ਨੂੰ ਉਹਦੀਆਂ ਸੰਭਾਵਨਾਵਾਂ ਦੇ ਰੂਪ 'ਚ ਦੇਖਣ ਦੀ ਕੋਸ਼ਿਸ਼ ਕਰ ਰਿਹਾ, ਕੋਈ ਉਹਨੂੰ ਕ੍ਰਿਟੀਕਲੀ ਵਾਚ ਕਰ ਰਿਹਾ, ਕੋਈ ਉਹਨੂੰ ਜਿਵੇਂ ਹੈ ਬਿਨਾਂ ਉਹਦੇ ਤੇ ਕਮੈਂਟ ਕੀਤੇ। ਹੁਣ ਜਿਵੇਂ ਇਹ ਕੋਈ ਕਮੈਂਟ ਨਹੀਂ ਕਰਦਾ ਜਿੰਨੀ ਦੇਰ ਮੈਂ ਪੜ੍ਹਿਆ, ਜਿੰਨਾ ਕੁ ਰਾਹੀ ਦੇ ਮਤਲਬ ਰਾਹੀ ਪੜ੍ਹਿਆ, ਕਿਤੇ ਕਮੈਂਟ ਨਹੀਂ, ਸਿਰਫ ਲਾਈਫ ਦੀ
ਕਰੂਡਨੈਸ ਆ ਉਹਦਾ ਪੋਰਟਰੇਲ ਆ। ਤੇ ਜਦੋਂ ਕਿ ਉਹਦੇ ਵਿੱਚ ਉਸੇ ਪੀਰੀਅਡ ਦਾ ਜਿਹੜਾ ਹੈਗਾ ਉਹ ਬਿਲਕੁਲ ਹੀ ਇੱਕ ਰੋਮੈਂਟਿਸਾਈਜ਼ਡ ਹੈਗਾ। ਸੋ ਲਿਟਰੇਚਰ ਨੂੰ ਉਹਦਾ ਜਿਹੜੀ ਫਾਰਮ ਆ ਉਹ ਰੋਮਾਂਟਿਕ ਆ, ਉਹ ਰੀਅਲਿਸਟਿਕ ਆ, ਉਹ ਕਿਹੜੀ ਆ, ਉਹ ਕਿਸ ਅੱਖ ਨਾਲ ਦੇਖ ਰਿਹਾ, ਇਹ ਜ਼ਿਆਦਾ ਡਿਸਾਈਡ ਕਰਦਾ ਨਿਸਬਤ ਸੋਸਾਇਟੀ ਕੀ ਆ ਉਹਦੇ। ਇੱਕ ਰੋਮਾਂਟਿਕ ਬੰਦਾ ਹੋਰ ਤਰ੍ਹਾਂ ਦੇਖੇਗਾ, ਰੀਅਲਿਸਟ ਹੋਰ ਤਰ੍ਹਾਂ ਦੇਖੇਗਾ, ਤੇ ਜਿਹੜਾ ਫਿਊਚਰ ਦੀਆਂ ਪੋਸੀਬਿਲਿਟੀਜ਼ ਦੇਖਣਾ ਚਾਹੁੰਦਾ ਉਹ ਹੋਰ ਤਰ੍ਹਾਂ ਦੇਖੇਗਾ, ਤੇ ਇੱਕ ਇੰਡਸਟਰੀਅਲਿਸਟ ਹੋਰ ਤਰ੍ਹਾਂ ਦੇਖੇਗਾ। ਮਤਲਬ ਐਵਰੀਥਿੰਗ ਬਹੁਤ ਜ਼ਿਆਦਾ ਆਈਡੀਓਲੋਜੀਕਲੀ ਕਲਰਡ ਹੈਗਾ ਜਿਹੜਾ ਲਿਟਰੇਚਰ। ਬਿਲਕੁਲ। ਮੈਂ ਕਹਿੰਦਾ ਸੀ ਵੀ ਪਾਤਰ ਸਾਹਿਬ ਵੀ ਕੋਈ ਟਿੱਪਣੀ ਕਰਨੀ ਚਾਹੁੰਦੇ ਆ, ਉਹਨਾਂ ਦੇ ਮਨ ਦੇ ਵਿੱਚ ਕੀ ਗੱਲਾਂ ਵਾਪਰ ਰਹੀਆਂ? ਮੈਨੂੰ ਜਿਸ ਤਰ੍ਹਾਂ ਇਹ ਆ ਕਿ ਇਹ ਬਿਲਕੁਲ ਹੀ ਮੈਨੂੰ ਜਦੋਂ ਹੁਣ ਅਮਰਜੀਤ ਨੇ ਗੱਲ ਸ਼ੁਰੂ ਕੀਤੀ ਆ ਨਾਗ ਸਿੰਘ ਦੀ ਕਵਿਤਾ ਵਾਲੀ, ਹੈ ਨਾ, ਵਾਕਈ ਉਹ ਆਪਾਂ ਏਦਾਂ ਮਹਿਸੂਸ ਕਰਦੇ ਹਾਂ ਕਿ ਹੁਣ ਹੈ ਕਿ ਵੀ ਦਿਲ ਤਾਂ ਕੋਈ ਪੂਰਨ ਸਿੰਘ ਵਰਗਾ ਨਹੀਂ ਸੀ ਕਿ, ਪਰ ਉਦੋਂ ਵੀ ਵੱਧ ਉਹ ਉਹਨੂੰ ਪੋਜ਼ਿਟਿਵਲੀ ਦੇਖਦੇ ਆ। ਸ਼ਾਇਦ ਪੂਰਨ ਸਿੰਘ ਵੀ ਮਤਲਬ ਉਹਦੇ ਚੋਂ ਸੰਗੀਤ ਨਹੀਂ ਲੱਭ ਸਕਿਆ, ਉਹ ਪਲੇਅਰ ਨਹੀਂ ਲੱਭ ਸਕਿਆ। ਹੋਈਆਂ ਜੱਟ ਬੂਟ ਮੇਰੇ ਯਾਰ ਨੂੰ ਤੋਂ ਮੇਬੀ ਹੁਣ ਇਹਨੂੰ ਆਪਾਂ ਕੀ ਲੇਖਕ ਦੀ ਕਮਜ਼ੋਰੀ ਆਪਾਂ ਇਹ ਕਿਉਂ ਸੋਚ ਰਹੇ ਹਾਂ ਕਿ ਲੇਖਕ ਸਾਰੇ ਲੇਖਕ ਇੱਕੋ ਤਰ੍ਹਾਂ ਸੋਚਣ? ਕੀ ਲੇਖਕ ਦੀ ਆਈਡੀਓਲੋਜੀ ਨਹੀਂ, ਕੀ ਲੇਖਕ ਦੀ ਬੈਕਗਰਾਉਂਡ ਨਹੀਂ, ਕਿ ਕੀ ਲੇਖਕ ਦੀ ਕੋਈ ਮਤਲਬ ਉਹਦਾ ਵਿਜ਼ਨ ਕੋਈ ਨਵਾਂ, ਉਹਦੇ ਕੋਈ ਡ੍ਰੀਮ ਨਹੀਂ ਹੈ? ਆਪਾਂ ਲੇਖਕ ਨੂੰ ਇੱਕ ਮਤਲਬ ਲੇਖਕ ਵੀ ਕਲਰਡ, ਆਈਡੀਓਲੋਜੀਕਲੀ ਕਲਰਡ ਬੰਦਾ ਨਾ, ਉਹਦੀਆਂ ਆਈਜ਼ ਵੀ ਆਈਡੀਓਲੋਜੀਕਲੀ, ਉਹ ਨਿਰਪੱਖ ਨਹੀਂ ਪੋਸੀਬਲ, ਕੋਈ ਵੀ ਨਹੀਂ ਨਿਰਪੱਖ ਹੁੰਦਾ। ਫਿਜ਼ੀਓਲੋਜੀ ਵੀ ਨਿਰਪੱਖ ਨਹੀਂ ਹੈ, ਸੋਚ ਕਿਵੇਂ ਨਿਰਪੱਖ ਹੋ ਸਕਦੀ ਆ? ਸੋ ਮਤਲਬ ਹਰ ਮਤਲਬ ਜਿਹੜਾ ਕ੍ਰਿਟਿਕ ਆ ਜਾਂ ਜਿਹੜਾ ਸੋਸ਼ਲ ਸਾਇੰਟਿਸਟ ਆ, ਉਹਨੇ ਲਿਟਰੇਚਰ ਦਾ ਕੋਈ ਇੱਕ ਚੱਕ ਕੇ ਨਹੀਂ ਦੇਖ ਲੈਣਾ। ਉਹਨੇ ਲਿਟਰੇਚਰ ਦੀਆਂ ਅਲੱਗ-ਅਲੱਗ ਸ਼ੇਡਸ ਦੇ ਵਿੱਚ ਅਲੱਗ-ਅਲੱਗ ਜਿਹੜੀਆਂ ਮਤਲਬ ਲੋਕਾਂ ਦੀਆਂ ਵਿਜ਼ਨਸ ਨੇ ਕਿਸੇ ਪਾਰਟਿਕੂਲਰ ਸੋਸਾਇਟੀ ਬਾਰੇ, ਉਹਨਾਂ ਦੀਆਂ ਜਿਹੜੀਆਂ ਉਹਨਾਂ ਦੇ ਜਿਹੜੇ ਪੈਰਾਡੌਕਸਿਸ ਨੇ ਉਹਨਾਂ ਨੂੰ ਅੰਡਰਸਟੈਂਡ ਕਰਨਾ ਹੁੰਦਾ। ਮਤਲਬ ਸਟੱਡੀਜ਼ ਦੇ ਵਿੱਚ ਯੂਨੀਫਾਰਮਿਟੀ ਨਹੀਂ ਚਾਹੀਦੀ, ਯੂਨੀਫਾਰਮਿਟੀ ਚੋਂ ਤੁਸੀਂ ਕੋਈ ਮਤਲਬ ਚੀਜ਼ ਨਹੀਂ ਕੱਢ ਸਕਦੇ। ਜੇ ਪੈਰਾਡੌਕਸਿਸ ਹੈਗੇ ਨੇ, ਉਹ ਪੈਰਾਡੌਕਸਿਸ ਦੀ ਰੈਜ਼ੋਲੂਸ਼ਨ ਦੇ ਵਿੱਚੋਂ ਹੀ ਤੁਸੀਂ ਨਵੀਆਂ ਸੰਭਾਵਨਾਵਾਂ ਕੱਢ ਸਕਦੇ ਹੋ। ਆਪਾਂ ਕਹਿੰਦੇ ਕਿ ਵੀ ਵਾਰਿਸ ਸ਼ਾਹ, ਹੈ ਨਾ, ਵਾਰਿਸ ਸ਼ਾਹ ਦੀ ਹੀ ਪੜ੍ਹੀ ਹੈ ਨਾ। ਹਾਂਜੀ। ਸੋ ਉਹ ਜਿਵੇਂ ਮੈਨੂੰ ਲੱਗਦਾ ਵੀ ਉਹਨੇ ਕਿੰਨੇ ਪਹਿਲੂਆਂ ਤੋਂ ਉਹਦੇ ਵਿੱਚ ਨਾ, ਕਿ ਬਾਕੀ ਲੋਕਾਂ ਨੇ ਵੀ ਕਿੱਸੇ ਲਿਖੇ ਰੋਮਾਂਟਿਕ, ਪਰ ਉਹਨੇ ਉਹਨੂੰ ਉਹਦੇ ਵਿੱਚ ਜਾਣੀ ਜੋ ਭਰਾਵਾਂ 'ਚ ਹੁੰਦਾ, ਹਨਾ, ਜੋ ਖੇਤੀ 'ਚ ਹੁੰਦਾ, ਉਹਨਾਂ ਦੇ ਆਪਸ 'ਚ ਕਿੱਦਾਂ ਦੇ ਹੁੰਦੇ ਆ, ਜਾਣੀ ਸਾਰਾ ਟੋਟਲ ਇੱਕ ਮੈਨੂੰ ਲੱਗਦਾ ਜਿਵੇਂ ਪੂਰੀ ਸੁਸਾਇਟੀ ਨੂੰ ਉਸ ਵੇਲੇ ਉਹਨੇ ਬੁਣਿਆ, ਹਨਾ। ਤੇ ਮਤਲਬ ਹੁਣ ਜਿਹੜੀ ਉੱਥੇ ਉਸ ਵੇਲੇ ਦੇ ਮਸਲੇ ਵੀ ਆ, ਪੋਲੀਟੀਕਲ ਵੀ, ਜਾਂ ਜਿੱਦਾਂ ਹੁਣ ਵੀ ਮੈਨੂੰ ਵੱਡਾ ਫਿਕਰ ਵਾਲੇ ਦਾ, ਹਨਾ, ਵੀ ਜਿਹੜੀ ਸੋ ਕੁਛ ਏਦਾਂ ਜਿਹੜਾ ਆਪਾਂ ਨਾਵਲ, ਖਾਸ ਕਰਕੇ ਨਾਵਲ ਨੂੰ ਜਿਹੜਾ ਆਪਾਂ ਸੋਚਦੇ ਹਾਂ ਨਾਵਲ ਬਾਰੇ, ਤਾਂ ਏਦਾਂ ਲੱਗਦਾ ਵੀ ਉਸ ਜਾਣੀ ਉਸ ਟਾਈਮ ਦੀ ਜਿਹੜੇ ਟਾਈਮ ਦਾ ਉਹ ਚਿੱਤਰ ਲਿਖ ਰਿਹਾ, ਤੇ ਉਹਦਾ ਇੱਕ ਬਹੁਤ ਪੱਖੀ ਸਮਝੋ ਜਾਂ ਹਰ ਪੱਖੀ ਜਿਹਾ, ਹਨਾ, ਤਵੱਕੋ ਕਰਦੇ ਹਾਂ ਆਪਾਂ ਏਦਾਂ ਦੀ। ਇਸ ਪਹਿਲੂ ਤੋਂ ਅਸਲ ਗੱਲ ਇਹ ਆ ਕਿ ਜਿਵੇਂ ਮਤਲਬ ਇਹ ਨਾਵਲ ਨਾ ਬਹੁਤ ਕੁਛ ਰਿਵੀਲ ਕਰਦਾ, ਜਿਹੜਾ ਇਹਦਾ ਕੀ ਨਾ, ਜਾਂ ਮੈਂ ਪੜ੍ਹਿਆ ਹੀ ਮਤਲਬ ਰੀਸੈਂਟਲੀ ਇਹੀ ਆ ਆਪਣਾ ਜਿਹੜਾ ਕੀ ਆ ਬਾਬੇ, ਆਖਰੀ ਬਾਬੇ, ਮੰਡ ਦਾ। ਹੁਣ ਇੱਥੇ ਕੀ ਨੇ ਕਿ ਮੰਡ ਦੀ ਸਾਈਕੀ ਕੀ ਆ? ਜਿਹੜਾ ਹੈਗਾ ਬਾਬਾ ਬਿਰਸਾ, ਉਹ ਅਸਲ ਚ ਮੰਡ ਆ। ਮੰਡ ਨੇ ਬਾਬੇ ਵਿਰਸੇ ਵੇਲੇ ਦਾ ਟਾਈਮ ਲਿਖਿਆ ਨਹੀਂ ਹੋਇਆ। ਮੰਡ ਦਾ ਬਾਬਾ ਵਿਰਸਾ ਉਹ ਆ ਜਿਹੜਾ ਮਤਲਬ ਜਿਹੜੀ
ਐਗਰੀਕਲਚਰ ਦੀ ਇਕੋਲੋਜੀ ਆ ਜਿਹੜੀ ਪ੍ਰੋਬਲਮ ਆ, ਜਿਹੜੀ ਇਕੋਲੋਜੀਕਲ ਹੁਣ ਸਾਨੂੰ ਖੜੀ ਹੋਈ ਆ, ਉਹ ਪ੍ਰੋਬਲਮ ਦਾ ਸਮਾਧਾਨ ਉਹ ਦੇਖ ਰਿਹਾ ਕਿ ਉਦੋਂ ਇਕੋਲੋਜੀ ਉਹ ਇਮੇਜਿਨ ਕਰਦਾ ਕਿ ਉਸ ਵੇਲੇ ਜਿਹੜੀ ਨੇਚਰ ਆ ਉਹਨੂੰ ਕਿਸਾਨ ਨੇ ਡਿਸਟੋਰਟ ਨਹੀਂ ਸੀ ਕੀਤਾ। ਉਦੋਂ ਇਨਸੈਕਟੀਸਾਈਡ ਨਹੀਂ ਸੀ, ਪੈਸਟੀਸਾਈਡ ਨਹੀਂ ਸੀ, ਤੇ ਉਦੋਂ ਇਰੀਗੇਸ਼ਨ ਦੀ ਐਡੀ ਉਹ ਫਰਟੀਲਾਈਜ਼ਰਸ ਕੈਮੀਕਲ ਨਹੀਂ ਸੀ, ਮਤਲਬ ਇਸ ਤਰ੍ਹਾਂ ਮਤਲਬ ਜਿਹੜੀ ਕ੍ਰੌਪ ਇੰਟੈਂਸਿਟੀ ਇੰਨੀ ਜ਼ਿਆਦਾ ਨਹੀਂ ਸੀ। ਉਹਨੂੰ ਲੱਗਦਾ ਕਿ ਉਸ ਵੇਲੇ ਕੁਦਰਤ ਦਾ ਤੇ ਬੰਦੇ ਦਾ ਬੜਾ ਵਧੀਆ ਰਿਲੇਸ਼ਨਸ਼ਿਪ ਰਿਹਾ ਹੋਊਗਾ। ਇਸ ਕਰਕੇ ਉਹ ਆਪਣੇ ਇਮੇਜਿਨੇਸ਼ਨ ਦੇ ਵਿੱਚੋਂ ਪਾਸਟ ਕੰਸਟਰਕਟ ਕਰਦਾ, ਫਿਊਚਰ ਨਹੀਂ ਕੰਸਟਰਕਟ ਕਰਦਾ। ਫਿਊਚਰ ਨੂੰ ਇਗਨੋਰ ਕਰਕੇ ਪਾਸਟ ਉਹਦੇ ਲਈ ਫਿਊਚਰ ਆ। ਉਹਦੀ ਸਾਰੀ ਜਿਹੜੀ ਸਟੱਡੀ ਉਲਟ ਚਲੀ ਜਾਂਦੀ ਆ। ਪਾਸਟ ਉਹਨੇ ਦੇਖਿਆ ਨੂੰ ਉਹਨੂੰ ਕੰਸਟਰਕਟ ਕਰਦਾ ਪੋਜ਼ਿਟਿਵ ਉਹਦੇ ਵਿੱਚ। ਹਾਲਾਂਕਿ ਜਿਹੜੀ ਚੀਜ਼ਾਂ ਨੇ ਮਤਲਬ ਅਦਰ ਡਾਇਰੈਕਸ਼ਨ 'ਚ ਮੂਵ ਕਰ ਰਹੀਆਂ ਨੇ ਉਹ ਬਹੁਤ ਹੋਰ ਤਰ੍ਹਾਂ ਨੇ। ਜਿਹੜੀ ਤੀਜੀ ਜਨਰੇਸ਼ਨ ਆ ਉੱਥੇ ਕੀ ਹੋ ਰਿਹਾ ਉਹਨੂੰ ਬਿਲਕੁਲ ਨਹੀਂ ਪਤਾ। ਸੋ ਮਤਲਬ ਇਹ ਬੰਦੇ ਤੇ ਹੀ ਡਿਪੈਂਡ ਕਰਦਾ ਕਿ ਉਹਦੀ ਕਿਹੋ ਜਿਹੀ ਸਟੱਡੀ ਆ, ਉਹਦਾ ਕੀ ਸਟੈਂਡ ਆ, ਉਹ ਕਿੱਥੇ ਖੜਾ ਹੋਇਆ, ਉਹਦਾ ਵਿਊ ਪੁਆਇੰਟ ਕੀ ਆ, ਤੇ ਉਹ ਕਿਹਦੇ ਨਾਲ ਸਿੰਪੈਥਾਈਜ਼ ਕਰ ਰਿਹਾ। ਮਤਲਬ ਇੰਨੀਆਂ ਪ੍ਰੋਬਲਮਸ ਨੇ। ਇੱਕ ਪਾਸੇ ਤਾਂ ਜਿਹੜੀਆਂ ਪਾਸਟ ਦੀਆਂ ਖੂਬਸੂਰਤੀਆਂ ਸੀ ਉਹ ਬਿਲਕੁਲ ਹੀ ਉਹਨੇ ਇਗਨੋਰ ਕਰ ਦਿੱਤੀਆਂ। ਫੋਰ ਐਗਜ਼ਾਮਪਲ ਜੇ ਮੈਂ ਦੇਖਾਂ, ਕਿਉਂਕਿ ਮੈਂ ਫਿਊਚਰ ਨੂੰ ਕਿਸ ਤਰ੍ਹਾਂ ਨਾਲ ਇਮੇਜਿਨ ਕਰਦਾ ਉਹਦੇ ਵਿੱਚੋਂ ਮੈਂ ਪਾਸਟ ਨੂੰ ਕੰਸਟਰਕਟ ਕਰ ਲੈਂਦਾ। ਮੈਨੂੰ ਹੁਣ ਇਹ ਲੱਗ ਰਿਹਾ ਫਿਊਚਰ ਦੇ ਵਿੱਚ ਜਿਹੜੀ ਕੋਆਪਰੇਸ਼ਨ ਆ ਉਹ ਬਹੁਤ ਮਤਲਬ ਇੱਕ ਸਾਂਝੀਦਾਰੀ ਆ ਜਿਹੜੀ ਉਹ ਬਹੁਤ ਪੋਜ਼ਿਟਿਵ ਰੋਲ ਪਲੇ ਕਰੂਗੀ। ਇਸ ਕਰਕੇ ਮੈਨੂੰ ਇਹ ਦਿਖਾਈ ਦੇ ਰਿਹਾ ਕਿ ਪਿੰਡ ਦਾ ਜਿਹੜਾ ਜਜ਼ਮਾਨੀ ਸਿਸਟਮ ਸੀ ਉਹ ਬਹੁਤ ਪੋਜ਼ਿਟਿਵ ਸੀ। ਉਹਨੇ ਪਿੰਡ ਨੂੰ ਆਟੋਨੋਮਸ ਬਣਾਇਆ ਹੋਇਆ ਸੀ। ਪਿੰਡ ਨੂੰ ਬਾਹਰ ਕਿਸੇ ਤੇ ਨਿਰਭਰ ਨਹੀਂ ਸੀ ਕਰਨਾ ਪੈਂਦਾ ਕਿਸੇ ਮਤਲਬ। ਹੁਣ ਜੇ ਆਪਾਂ ਦੇਖਦੇ ਹਾਂ ਕਿ ਅੱਜ ਮੈਂ ਜ਼ਫਰ ਨਾਲ ਗੱਲ ਕਰ ਰਿਹਾ ਸੀ ਕਿ ਕਿਸੇ ਬੰਦੇ ਦਾ ਨਾਲ ਗੱਲ ਚੱਲ ਰਹੀ ਸੀ ਕਿ ਜੇ ਕਰੋਨਾ ਵਾਇਰਸ ਸ਼ਹਿਰਾਂ ਨੂੰ ਖਾਣ ਦੀ ਥਾਂ ਪਿੰਡਾਂ ਨੂੰ ਖਾ ਜਾਂਦਾ, ਮਤਲਬ ਇੰਡਸਟਰੀ ਚੱਲਦੀ ਰਹਿੰਦੀ ਤੇ ਕਿਸਾਨੀ ਖਤਮ ਹੋ ਜਾਂਦੀ ਤਾਂ ਸਾਰੇ ਮਰ ਜਾਂਦੇ। ਤੇ ਫੇਰ ਵੀ ਜਿਹੜੇ ਬਹੁਤ ਇੰਡਸਟਰੀ ਪਿੰਡਾਂ ਨੂੰ ਛੱਡ ਕੇ ਇੰਡਸਟਰੀ ਲਈ ਆਏ, ਸਾਰਾ ਕੁਝ ਕੀਤਾ, ਪਿੰਡਾਂ 'ਚ ਉਹ ਕੀ ਆ ਜਿਹਦੇ ਲਈ ਉਹ ਭੱਜ ਕੇ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰਕੇ ਪੈਦਲ ਜਾ ਕੇ ਪਿੰਡੀ ਜਾ ਰਹੇ ਨੇ? ਕੁਛ ਤਾਂ ਹੋਊਗਾ ਨਾ। ਸ਼ਾਇਦ ਅਸੀਂ ਮਤਲਬ ਸਾਡੇ ਜੋ ਬਹੁਤ ਲੋਕ ਨਹੀਂ ਦੇਖ ਪਾ ਰਹੇ, ਉਹ ਮੈਂ ਨਹੀਂ ਦੇਖ ਪਾ ਰਿਹਾ ਵੀ ਕੀ ਆ ਪਿੰਡ 'ਚ। ਕੁਛ ਨਾ ਕੁਛ ਤਾਂ ਹੋਊਗਾ ਜਿਹੜੇ ਇੰਨੇ ਦੁੱਖ ਚੱਲ ਕੇ ਇੰਨਾ ਕੁਛ ਕਰਕੇ ਪਿੰਡਾਂ ਨੂੰ ਵਾਪਸ ਜਾ ਰਹੇ ਨੇ। ਉੱਥੋਂ ਦੀ ਮਤਲਬ ਸੋਸ਼ਲ ਆਰਗੇਨਾਈਜੇਸ਼ਨ ਹੋਏਗੀ, ਉੱਥੋਂ ਦਾ ਭਾਈਚਾਰਾ ਹੋਏਗੀ, ਉੱਥੋਂ ਦਾ ਜਜ਼ਬਾਨੀ ਸਿਸਟਮ ਹੋਏਗਾ ਕਿ ਉਹ ਭਾਈ ਕੋਈ ਨਹੀਂ, ਉਹ ਸਾਨੂੰ ਸਾਂਭ ਲੈਣਗੇ। ਸੋ ਮਤਲਬ ਜਿਹੜਾ ਸ਼ਹਿਰ ਦਾ ਇੰਡੀਵਿਜੂਅਲਿਜ਼ਮ ਉਹਨਾਂ ਨੂੰ ਤਕਲੀਫ ਦੇ ਰਿਹਾ ਉੱਥੇ। ਸੋ ਸਾਨੂੰ ਮਤਲਬ ਇਹਦਾ ਦੇਖਣ ਵਾਲੇ ਦਾ ਨਜ਼ਰੀਆ ਜਾਂ ਉਹਨਾਂ ਪਿੰਡ ਦੇ ਲੋਕਾਂ ਦਾ ਨਜ਼ਰੀਆ ਜਿਹੜੇ ਵਾਪਸ ਪਿੰਡਾਂ ਨੂੰ ਜਾ ਰਹੇ ਨੇ। ਚਲੋ ਉਹ ਤਾਂ ਸਾਰਾ ਕੁਛ ਹੀ ਆ, ਉਹਨਾਂ ਦੀ ਮਾਨਸਿਕਤਾ ਵੀ ਆ, ਸਾਈਕੋਲੋਜੀ ਵੀ ਆ ਵੀ ਮੈਂ ਜਿੱਥੇ ਮੇਰੀ ਜੰਮਣ। ਹਾਂ, ਇਹ ਗੱਲ ਜ਼ਰੂਰ ਰਜਿੰਦਰਪਾਲ ਦੀ ਠੀਕ ਆ ਕਿ ਲਿਟਰੇਚਰ ਸਮੁੱਚਤਾ ਨੂੰ ਫੜਨ ਦੇ ਸਮਰੱਥ ਨਹੀਂ ਰਿਹਾ ਸਾਡਾ, ਕਿਉਂਕਿ ਸਾਡੇ ਜਿਹੜੇ ਰਾਈਟਰਸ ਨੇ ਉਹਨਾਂ ਦਾ ਬਹੁਤ ਨੈਰੋ ਵਿਜ਼ਨ ਸੀ। ਇਹ ਮੈਂ ਮਤਲਬ ਅਸਮਰੱਥਤਾ ਨਹੀਂ ਕਹਿੰਦਾ, ਮੈਂ ਸਮਝਦਾ ਕਿ ਇਹ ਉਹਨਾਂ ਦਾ ਇੱਕ ਬਸ ਇੱਕ ਚੀਜ਼ ਫੜ ਕੇ ਬੰਦਾ ਉਹਨੂੰ ਦੇਖ ਕੇ ਲਿਖਣਾ ਸ਼ੁਰੂ ਕਰ ਦਿੰਦਾ। ਉਹਦੀਆਂ ਜਿਹੜੀਆਂ ਸਾਡੇ ਲਿਟਰੇਚਰ 'ਚ, ਜਿਵੇਂ ਪਰ ਸਾਹਿਬ ਨੇ ਗੱਲ ਕੀਤੀ ਆ ਕਿ ਬਹੁਤ ਹੱਦ ਤੱਕ ਜਿਹੜੀ ਬਾਰਿਸ਼ ਆ ਉਹ ਪੈਰਾਡੌਕਸਿਸ ਨੂੰ ਫੜਦਾ। ਜਿਹੜਾ ਲਿਟਰੇਚਰ ਪੈਰਾਡੌਕਸ ਨੂੰ ਅੰਡਰਸਟੈਂਡ ਨਹੀਂ ਕਰੇਗਾ, ਜਿਹੜਾ ਪੈਰਾਡੌਕਸਿਸ ਨੂੰ ਨਹੀਂ ਫੜੇਗਾ, ਜਿਹੜਾ ਸਿੱਧੀ ਜ਼ਿੰਦਗੀ ਦੀ ਇੱਕ ਤੋਰ ਨੂੰ ਫੜੇਗਾ, ਜਿਹੜਾ ਸਾਰਾ ਕੁਝ ਵਿਕਾਸ ਜਾਂ ਡੀਗ੍ਰੇਡੇਸ਼ਨ 'ਚ ਦੇਖੇਗਾ, ਉਹ ਲਿਟਰੇਚਰ ਨਹੀਂ ਹੋ ਸਕਦਾ। ਪੈਰਾਡੌਕਸਿਸ ਤੋਂ ਬਿਨਾ, ਸਿਮਲਟੇਨੀਅਟੀ ਦੀ ਕੰਟਰਡਿਕਸ਼ਨਸ ਤੋਂ ਬਿਨਾ ਨਹੀਂ ਪੋਸੀਬਲ। ਆਹੋ ਤਾਂ ਇਹ ਵੀ ਜਿਹੜੀ ਆਪਣੇ ਆਪ 'ਚ ਜ਼ਿੰਦਗੀ, ਜਿੱਦਾਂ ਹੁਣ ਜ਼ਿੰਦਗੀ ਇਦਾਂ ਦੀ ਹੈ ਨਾ। ਹਾਂ, ਵੀ ਉਹ ਬੰਦੇ ਕਹਿੰਦਾ ਵੀ ਪਿੰਨੀ ਰੈਨੜੀਏ ਚਮਕਣ ਦਾ, ਇਹਨੂੰ ਉਹਨੂੰ ਜਿਹੜੀ ਭਾਵੇਂ ਉਹ ਬਾਹਰ ਹੀ ਸੁੱਤਾ ਹੋ, ਜਿਵੇਂ ਨਿਹੰਗਾਂ ਨੇ ਰੱਖੇ ਸੀ, ਨਿਹੰਗਾਂ ਨੇ ਜੋ ਬੋਲੇ ਰੱਖੇ ਸੀਗੇ ਉਹ ਜਾਣੀ ਉਹਨਾਂ ਨੇ ਕਿਹਾ ਵੀ ਕੱਲ ਮਤਲਬ ਮੋਤੀਆਂ ਜਿਹੜੇ ਮਹਿਲ ਜਿਹੜਾ ਸੁੱਤੇ ਰਹੇ, ਜਾਣੀ ਉਹ ਇਹੀ ਸੀਗਾ। ਉਹ ਵੀ ਇੱਕ ਕੰਸਟਰਕਟ ਕਰ ਰਹੇ ਸੀਗੇ ਜਿੱਦਾਂ ਉਹ ਮਤਲਬ ਇੱਕ ਬਹੁਤ ਦੁੱਖਾਂ ਚੋਂ ਲੰਘ ਰਹੇ ਸੀਗੇ, ਲੇਕਿਨ ਜੋ ਉਹਨਾਂ ਨੇ ਜਿਹੋ ਜਿਹੀ ਲੈਂਗੁਏਜ ਸਿਰਜੀ
ਉਹ ਬਹੁਤ ਮੌਜ ਵਾਲੀ ਸੀਗੀ। ਹਾਂ ਉਹਨੇ ਚੀਜ਼ਾਂ ਦੇ ਜਿਹੜੇ ਨਾਮ ਰੱਖੇ ਉਹ ਬਿਲਕੁਲ। ਹੁਣ ਉਹ ਵੀ ਇੱਕ ਮਤਲਬ ਉਹ ਕਿਵੇਂ ਉੱਥੇ ਸਾਈਕੀ ਚੋਂ ਨਿਕਲੇ, ਇਹ ਸਾਡਾ ਮਾਰਕਸਿਸਟ ਲਿਟਰੇਚਰ ਦੇਖ ਹੀ ਨਹੀਂ ਸਕਦਾ। ਹੁਣ ਉਹ ਮਤਲਬ ਇੱਕ ਉਹਨਾਂ ਦੀ ਉਹ ਲੜਨ ਦਾ ਤਰੀਕਾ ਹੈ, ਮੈਨੂੰ ਲੱਗਦਾ ਵੀ ਇੱਕ ਉਹਨਾਂ ਦਾ ਜਿੱਦਾਂ ਉਹਨਾਂ ਨੂੰ ਜਿੱਥੋਂ ਉਹ ਹੌਸਲਾ ਲੈ ਰਹੇ ਆ, ਜਾਂ ਜਿਹੜੀ ਉਹ ਬੜਾ ਅਜੀਬ ਭਰਮਣਾ ਜਿਹੜੇ ਉਹ ਬੋਲੇ ਆ ਉਹ ਸਟਰਗਲ ਦੇ ਟਾਈਮ ਦੇ। ਸੋ ਇਹ ਠੀਕ ਹੈ ਕਿ ਦੋਨੋਂ ਹੀ ਗੱਲਾਂ ਮਤਲਬ ਇਦਾਂ ਹੀ ਚੱਲ ਸਕਦੀਆਂ ਨਾ, ਕਿ ਜੇ ਤੁਸੀਂ ਬਾਕੀ ਇਹ ਕਿ ਖੁਸ਼ੀ ਜਿੱਦਾਂ ਇਧਰ ਔਰ ਨਹੀਂ ਹੈ, ਬੋਥ ਆ। ਹਾਂ, ਇਹਦੇ ਇਧਰ ਔਰ ਕੋਐਗਜ਼ਿਸਟ ਕਰਦੀਆਂ ਨੇ, ਇਹੀ ਲਾਈਫ ਆ। ਉਹ ਜਿਵੇਂ ਲਾਲੀ ਨੂੰ ਪਤਾ ਵੀ ਕੀ ਲਾਲੀ ਸਾਹਿਬ ਕੀ ਹਾਲ ਆ, ਉਹ ਕਹਿੰਦੇ ਵੰਡਰਫੁਲ, ਮਤਲਬ ਵੀ ਇਹ ਨਹੀਂ ਕਹਿਣਾ ਕਿ ਸੋਹਣਾ ਜਾਂ ਚੰਗਾ ਨਾ, ਲੈ ਜੋ ਕੁਝ ਵੀ ਹੈਗਾ ਵੀ ਵੰਡਰਫੁਲ ਤਾਂ ਹੈ ਹੀ ਹੈ ਨਾ। ਹਾਂ ਮੈਨੂੰ ਨਾ ਗਰੇਵਾਲ ਸਾਹਿਬ ਦੀਆਂ ਗੱਲਾਂ ਤੋਂ ਦੋ ਗੱਲਾਂ ਲੱਗੀਆਂ। ਇੱਕ ਤਾਂ ਇਹ ਕਿ ਪਾਤਰ ਸਾਹਿਬ, ਮੈਂ ਸੱਚੀਓ ਇਸ ਗੱਲ ਦਾ ਨਿੱਜੀ ਤੌਰ ਤੇ ਧੰਨਵਾਦੀ ਹਾਂ ਕਿ ਅਚਾਨਕ ਹੀ ਗਰੇਵਾਲ ਸਾਹਿਬ ਨੇ ਫੋਨ ਕੀਤਾ ਕਿ ਅੱਜ ਇਹਦੇ ਬਾਰੇ ਆਪਾਂ ਗੱਲਬਾਤ ਕਰਨੀ ਆ। ਬਹੁਤ ਕੁਝ ਨਾ ਨਵਾਂ ਸੋਚਣ ਨੂੰ ਮੈਂ ਕਿ ਮਿਲਿਆ ਇਸ ਮਸਲੇ ਦੇ ਉੱਤੇ। ਬਹੁਤ ਵਧੀਆ ਗੱਲ ਉਹਦੇ ਵਿੱਚ ਹਾਂ ਬਹੁਤ ਮੀਨਿੰਗਫੁਲ ਤੇ ਬਹੁਤ ਜ਼ਿਆਦਾ ਸਮਝੋ ਕਿ ਇਹ ਚੁੱਪਾ ਬਹੁਤ ਕੁਝ ਲੰਮੀ ਚੌੜੀ ਸੀ। ਮੈਂ ਤਾਂ ਸਿਰਫ ਮਤਲਬ ਮੈਂ ਇਹਨੇ ਵੇ ਜ਼ਫਰ ਦੀਆਂ ਗੱਲਾਂ ਨੂੰ ਰਿਐਕਟ ਕੀਤਾ ਜਿਵੇਂ ਇਹਨੇ ਰਿਪਰੈਜ਼ੈਂਟ ਕੀਤਾ। ਮੈਂ ਕਿਉਂਕਿ ਰਜਿੰਦਰਪਾਲ ਦੀਆਂ ਗੱਲਾਂ ਸੁਣ ਨਹੀਂ ਸਕਿਆ। ਉਹਦੇ ਚ ਨਾ ਦੋ ਤਿੰਨ ਗੱਲਾਂ ਮੈਨੂੰ ਬਹੁਤ ਆ ਕੇ ਅਜੀਬ ਲੱਗੀਆਂ। ਇੱਕ ਤਾਂ ਇਹ ਕਿ ਇਹ ਸਾਰੇ ਕਾਸੇ ਨੂੰ ਪੜ੍ਹਦਿਆਂ ਇਹ ਲੱਗਿਆ ਕਿ ਜਿਹੜੀਆਂ ਸਾਡੀਆਂ ਸਮੱਸਿਆਵਾਂ ਅੱਜ ਤੋਂ 100 ਸਾਲ ਪਹਿਲਾਂ ਸੀ ਉਹ ਮੈਗਨੀਫਾਈ ਹੀ ਹੋਈਆਂ, ਉਹ ਵਧੀਆਂ ਹੀ ਆ। ਉਹਨਾਂ ਦਾ ਕਿਸੇ ਦਾ ਵੀ ਸਮਾਧਾਨ ਨਹੀਂ ਹੋਇਆ, ਉਹਨਾਂ ਨੇ ਸਿਰਫ ਰੂਪ ਬਦਲੇ ਆ। ਯਾਨੀ ਕਿ ਅੰਗਰੇਜ਼ ਰਾਜ ਦੇ ਵਿੱਚ ਸਭ ਤੋਂ ਵੱਡੀ ਗੱਲ ਸੀਗੀ ਕਿ ਮਾਲੀਆ ਟੈਕਸ ਆ, ਕਿ ਟੈਕਸ ਹਟ ਜੇ ਜਾਂ ਮਾਲੀਆ ਹਟ ਜੇ, ਤੇ ਕਰਜ਼ਾ ਸ਼ਾਹਾਂ ਦੇ ਕਰਜ਼ੇ ਦੀ ਥਾਂ ਤੇ ਬੈਂਕਾਂ ਦਾ ਕਰਜ਼ਾ ਆ ਗਿਆ, ਤੇ ਟੈਕਸ ਜਾਂ ਮਾਲੀਏ ਦੀ ਥਾਂ ਤੇ ਅਸਿੱਧੇ ਟੈਕਸ ਆ ਗਏ। ਹੁਣ ਤਾਂ ਟੈਕਸ ਹੈ ਹੀ ਕੋਈ ਨਹੀਂ ਉਸ ਕਿਸਮ ਦਾ, ਤਾਂ ਪਰ ਜਿਹੜੇ ਅਸਿੱਧੇ ਟੈਕਸ ਆ ਉਹ ਆ ਗਏ ਇੱਕ ਰੂਪ। ਦੂਜੀ ਜਿਹੜੀ ਗੱਲ ਹੈ ਕਿ ਮੈਨੂੰ ਇਹ ਲੱਗਿਆ ਕਿ ਕਈ ਵਾਰ ਕਿ ਸਾਹਿਤਕਾਰਾਂ ਦੇ ਵਿੱਚ ਜੇ ਅਸੀਂ ਨਾਵਲ ਦੇ ਖੇਤਰ ਚ ਲਈਏ ਕਿ ਜਸਵੰਤ ਸਿੰਘ ਕੰਵਲ ਤੇ ਦਲੀਪ ਕੌਰ ਟਿਵਾਣਾ ਦੋਨੋਂ ਹੀ ਕਿਹਾ ਜਾ ਸਕਦਾ ਹੈ ਕਿ ਪੇਂਡੂ ਪਿਛੋਕੜ ਦੇ ਸੀ। ਪਰ ਜਸਵੰਤ ਸਿੰਘ ਕੰਵਲ ਦੇ ਇੱਕ ਨਾਵਲ ਨੂੰ ਛੱਡ ਕੇ ਜਿਹਦੇ ਵਿੱਚ ਉਹ ਸੰਘਰਸ਼ ਦਾ ਰਾਹ ਦਰਸਾਉਂਦਾ ਹੈਗਾ, ਰਾਤ ਬਾਕੀ ਆ, ਬਾਕੀ ਨਾਵਲ ਪੇਂਡੂ ਪਿਛੋਕੜ ਦੇ ਵਿੱਚ ਰੋਮਾਂਟਿਕ ਨਾਵਲ ਹੀ ਆ। ਰੋਮਾਂਟਿਕ ਨਾਵਲ ਨੇ ਸਾਰੇ। ਤੇ ਇਸੇ ਤਰ੍ਹਾਂ ਹੀ ਦਲੀਪ ਕੌਰ ਟਿਵਾਣਾ ਦੇ ਸਿਰਫ ਇੱਕ ਨਾਵਲ ਨੂੰ ਛੱਡ ਕੇ ਕਿ ਉਹ ਹਮਾਰਾ ਜੀਵਨਾ ਦੇ ਵਿੱਚ ਸਿਰਫ ਪੇਂਡੂ ਪਿਛੋਕੜ ਦੇ ਵਿੱਚ ਔਰਤ ਦੀ ਕੀ ਸਥਿਤੀ ਹੈ ਇਹ ਦਰਸਾਉਣ ਤੋਂ ਬਗੈਰ ਕਿਸਾਨੀ ਦਾ ਕੋਈ ਅਨੁਭਵ ਨਹੀਂ ਪੇਸ਼ ਹੋਇਆ। ਇਹਦੇ ਉਲਟ ਸੋਹਣ ਸਿੰਘ ਸੀਤਲ ਨੂੰ, ਜਿਹਨੂੰ ਮਤਲਬ ਕਿ ਢਾਡੀ ਕਿਹਾ ਜਾਂਦਾ ਹੈ, ਪਰ ਉਹਦਾ ਚਾਹੇ ਤੂਤਾਂ ਵਾਲਾ ਖੂਹ ਪੜ੍ਹ ਲਓ ਚਾਹੇ ਯੁੱਗ ਬਦਲ ਗਿਆ ਪੜ੍ਹ ਲਓ, ਸਾਨੂੰ ਲੱਗਦਾ ਹੈ ਕਿ ਉਹ ਪੇਂਡੂ ਯਥਾਰਥ ਦੀਆਂ ਜਿਹੜੀਆਂ ਅੰਦਰੂਨੀ ਸਥਿਤੀਆਂ ਉਹਨਾਂ ਨੂੰ ਵੱਧ ਪਕੜਦਾ ਹੈ। ਇਹਦੇ ਨਾਲ ਇੱਕ ਗੱਲ ਹੋਰ ਹੋਈ ਕਿ ਜਿਹੜਾ ਇਹ ਗੁੱਸਾ ਵੀ ਰਜਿੰਦਰਪਾਲ ਗੁੱਸਾ ਬਹੁਤ ਜ਼ਿਆਦਾ ਗੁੱਸਾ ਵੀ ਪਕੜਦਾ। ਅੱਛਾ, ਜਿਹੜਾ ਮੌਜੂਦਾ ਦੌਰ ਦੇ ਵਿੱਚ ਜਦੋਂ ਅਸੀਂ ਵੇਖਦੇ ਹਾਂ ਕਿ ਸਾਡਾ ਜਿਹੜਾ ਨਾਵਲਕਾਰ ਜਾਂ ਨਾਵਲਕਾਰ ਬੁਨਿਆਦੀ ਤੌਰ ਤੇ ਸਾਹਿਤਕਾਰ ਸ਼ਬਦ ਨਾ ਵਰਤੀਏ, ਨਾਵਲਕਾਰ ਆ ਜਿਹੜਾ ਉਹ ਸਮੱਸਿਆਵਾਂ ਨੂੰ ਫੜਦਾ ਹੈ ਤੇ ਕਿਤੇ ਇਹ ਵੀ ਲੱਗਦਾ ਹੈ ਕਿ ਉਹਦਾ ਅਨੁਭਵ ਹੋਵੇ ਨਾ ਹੋਵੇ ਉਹਦੇ ਤੇ ਉਹ ਲਿਖਣਾ ਸ਼ੁਰੂ ਕਰ ਦਿੰਦਾ। ਅੰਨਦਾਤਾ ਤੇ ਸਲਫਾਸ ਦੋ ਜਿਹੇ ਨਾਵਲ ਨੇ, ਇੱਕ ਰਾਮ ਸਰੂਪ ਅਣਖੀ ਦਾ ਤੇ ਇੱਕ ਬਲਦੇਵ ਸਿੰਘ ਦਾ, ਕਿ ਉਹ ਬਾਹਰੋਂ ਦੇਖ ਕੇ ਤੇਜ਼ੀ ਨਾਲ ਉਹਨਾਂ ਘਟਨਾਵਾਂ ਨੂੰ ਦੱਸਦੇ। ਨਾਵਲ ਦਾ ਮੈਨੂੰ ਜੋ ਲੱਗਿਆ ਕਿ ਨਾਵਲ ਦਾ ਕੰਮ ਨਾ ਤਾਂ ਹੱਲ ਸੁਝਾਉਣਾ, ਉਹਦਾ ਕੰਮ ਤਾਂ ਸਿਰਫ ਇਹ ਹੈ ਕਿ ਸਾਡਾ ਇਹਨਾਂ ਚੀਜ਼ਾਂ ਪ੍ਰਤੀ ਸੰਵੇਦਨਾਵਾਂ ਜਗਾਵੇ। ਇਹ ਨਾਵਲ ਸੰਵੇਦਨਾਵਾਂ ਨਹੀਂ ਜਗਾ ਸਕਦੇ ਕਿਉਂਕਿ ਇਹਨਾਂ ਵਿੱਚ ਭਾਵਨਾਵਾਂ ਨਹੀਂ ਪ੍ਰਧਾਨ, ਇਹਦੇ ਵਿੱਚ ਸੂਚਨਾਵਾਂ ਪ੍ਰਧਾਨ ਨੇ। ਪੰਜਾਬੀ ਦੇ ਗਲਪ ਵਿੱਚ ਸੂਚਨਾਵਾਂ ਦੀ ਭਰਮਾਰ ਆ, ਭਾਵਨਾਵਾਂ ਦਾ ਚਿੱਤਰਨ ਨਹੀਂ ਆ। ਰਜਿੰਦਰਪਾਲ ਜਿਹੜਾ ਇਹਦਾ ਨਾਵਲ ਜਿੰਨਾ ਕੁ ਮੈਂ ਪੜ੍ਹਿਆ, ਮੈਨੂੰ ਮਤਲਬ ਬਿਲਕੁਲ ਪੰਜਾਬੀ ਨਾਵਲ ਜਿਹੜਾ ਬਾਕੀ ਦਾ ਸਾਰਾ ਸੀ, ਉਹ ਇਹ ਨਾਵਲ ਪੜ੍ਹ ਕੇ ਜਿਹੜੇ ਇਹਦੀਆਂ 15-20 ਪੇਜ ਜਾਂ 50 ਪੇਜ ਜਿੰਨੇ ਕਿ ਮੈਂ ਪੜ੍ਹੇ ਨੇ, ਮੈਨੂੰ ਲੱਗਿਆ ਕਿ ਉਹਦੇ ਚ ਮਤਲਬ ਇੰਨਾ
ਜਿਹੜੀ ਲਾਈਫ ਦੀ ਕੁਰਿਟਿਟੀ ਮਤਲਬ ਦਿੱਤੀ ਹੋਈ ਆ ਉਹਨੇ, ਤੇ ਨਹੀਂ ਉਹਦੇ ਮੁਕਾਬਲੇ ਚ ਬਾਕੀ ਸਾਰਾ ਲਿਟਰੇਚਰ ਉਹਦੇ ਤਾਂ ਗਰੇਵਾਲ ਸਾਹਿਬ ਮੰਨ ਕੇ ਤੁਹਾਨੂੰ ਫਾਇਦਾ ਇਹ ਆ ਕਿ ਤੁਸੀਂ ਬਹੁਤਾ ਸਾਹਿਤ ਪੜ੍ਹਿਆ ਨਹੀਂ ਤੇ ਤੁਸੀਂ ਚੋਣਵਾਂ ਸਾਹਿਤ ਪੜ੍ਹਦੇ ਆ ਤੇ ਉਹਦੇ ਤੇ ਫਿਰ ਬਹੁਤ ਬਰੀਕ ਵੀ ਨਹੀਂ ਨਾ। ਜਿਹੜਾ ਮੈਂ ਕਿ ਸਾਡਾ ਤਾਂ ਧੰਦਾ ਹੈ, ਮੈਂ ਕਿ ਜਿਹੜੇ ਅਸੀਂ ਸਾਰਾ ਸਾਹਿਤ ਪੜ੍ਹਦੇ ਆ ਸਾਡੀ ਤਾਂ ਬਹੁਤ ਬੁਰੀ ਹਾਲਤ ਹੋ ਜਾਂਦੀ ਹੈ ਕਿ ਇੰਨੇ ਸਾਹਿਤ ਵਿੱਚੋਂ ਕੁਝ ਚੋਣਵਾਂ ਚੁਣਨਾ ਹੀ ਬੜਾ ਮੁਸ਼ਕਲ ਹੁੰਦਾ ਹੈ। ਗਰੇਵਾਲ ਸਾਹਿਬ ਨੂੰ ਦੱਸ ਸਕੀਏ। ਗੁਰਦਿਆਲ ਸਿੰਘ ਪੜ੍ਹਿਆ ਮੈਂ, ਮਤਲਬ ਚਲੋ ਚਾਹੇ ਇੱਕ ਨਾਵਲ ਪੜ੍ਹੇ ਜਾਂ 2 ਨਾਵਲ ਪੜ੍ਹੇ ਨੇ, ਮੈਂ ਆਹ ਜਿਹਦੇ ਬਹੁਤ ਮਤਲਬ ਬਾਬੇ ਪੜ੍ਹਿਆ, ਮੈਂ ਉਹਦਾ ਵੀ ਪੜ੍ਹਿਆ, ਦਲੀਪ ਕੌਰ। ਮੈਂ ਤੁਹਾਨੂੰ ਉਹੀ ਤਾਂ ਕਿਹਾ ਵੀ ਤੁਸੀਂ ਤਾਂ ਸਭ ਚੋਣਵਾਂ ਛਾਂਟ ਲੈਂਦੇ ਆ। ਔਰ ਇਹਨਾਂ ਬਾਕੀ ਨਾਵਲਾਂ ਦੇ ਮੁਕਾਬਲੇ ਮਤਲਬ ਜਿਹੜਾ ਇਹ ਰਾਤ ਦੇ ਰਾਹੀ ਆ, ਇਹ ਬਿਲਕੁਲ ਹੀ ਮਤਲਬ ਉਸ ਤਰ੍ਹਾਂ ਦਾ ਹੈਗਾ। ਇਹ ਪੜ੍ਹ ਕੇ ਤਾਂ ਇਹੀ ਗੱਲ ਹੈ ਨਾ ਵੀ ਇਹ ਨਾਵਲ ਸਾਡੇ ਕੋਲੇ ਥੋੜੇ ਨੇ ਕਿ ਜਿਹੜੇ ਸੰਵੇਦਨਾਵਾਂ ਜਗਾਉਣ, ਨਰੋਲ ਸੂਚਨਾਵਾਂ ਦਾ ਸੰਚਾਰ ਨਾ ਕਰਨ। ਜਿਹੜੀ ਬਿਲਕੁਲ ਹੀ ਨਹੀਂ ਹੈ ਉਹਦੇ ਚ। ਮੈਂ ਉਹੀ ਕਹਿੰਦਾ ਨਾਵਲ ਥੋੜੇ ਆ ਜੀ, ਕਿਉਂਕਿ ਤੁਸੀਂ ਤਾਂ ਉਹੀ ਪੜ੍ਹ ਲੈਣੇ ਆ ਜਿਹੜੇ ਮੈਂ ਕਿ ਤੁਹਾਨੂੰ ਦੱਸਤੇ, ਕਿਉਂਕਿ ਤੁਹਾਡਾ ਇਹ ਧੰਦਾ ਨਹੀਂ, ਤੁਸੀਂ ਤਾਂ ਸ਼ੌਕ ਨੂੰ ਪੜ੍ਹਦੇ ਆ। ਨਾਵਲ ਪਾਤਰ ਸਾਹਿਬ ਵੀ ਮੇਰੇ ਜਿੰਨੇ ਕੀ ਪੜ੍ਹਦੇ ਨੇ। ਮੈਂ ਤਾਂ ਹੁਣ ਪੜ੍ਹਨੇ ਆ, ਮੈਂ ਜਿਹੜੇ ਤੂੰ ਪੜ੍ਹੇ ਪਾਤਰ ਸਾਹਿਬ ਵੀ ਜ਼ਿਆਦਾ ਪੋਇਟਰੀ ਪੜ੍ਹਦੇ ਨੇ। ਉਹ ਮੈਂ ਤਾਂ ਹੁਣ ਨਾਟਕ ਪੜ੍ਹਦੇ ਨੇ। ਦੇਰ ਹੋਈ ਪਰ ਇਹ ਰਿੰਦਰਪਾਲ ਪ੍ਰੋਬਲਮ ਤਾਂ ਸਰਟਨਲੀ ਹੈਗੀ ਆ, ਇਹ ਬਹੁਤ ਵੱਡੀ ਕਿ ਜਿਹੜਾ ਉਹਦੇ ਚ ਨਾ ਇੱਕ ਨਾਵਲ ਦਾ ਰਿਲੇਸ਼ਨਸ਼ਿਪ ਆ ਜਿਹੜਾ ਵਿਦ ਲਾਈਫ। ਇਹ ਅੱਛਾ, ਹੁਣ ਵੈਸੇ ਇੱਕ ਗੱਲ ਹੋਰ ਮੈਂ ਜਿਹੜੀ ਮੈਨੂੰ ਲੱਗੀ ਕਿ ਜਦੋਂ ਮੈਂ ਰਾਤ ਦੇ ਰਾਹੀ ਪੜ੍ਹਿਆ ਉਹਨਾਂ ਕੁ ਮੈਨੂੰ ਲੱਗਿਆ ਬਈ ਇਹ ਕਿੰਨਾ ਝੂਠਾ ਜੀ ਨੇ ਲਿਖਿਆ ਨਾਵਲ ਮੰਡ। ਬਈ ਉਹ ਲਾਈਫ ਇੰਨੀ ਕਰੂਅਲ ਸੀ ਬਾਬੇ ਵਿਰਸੇ ਵੇਲੇ ਦੀ, ਤੇ ਬਾਅਦ ਦੇ ਵਿੱਚ ਜਿਹੜੀ ਅੱਜ ਲਾਈਫ ਅਸੀਂ ਜੀ ਰਹੇ ਹਾਂ ਜਾਂ ਕਿਸਾਨ ਅੱਜ ਜਿਹੜਾ ਜਿਸ ਸਥਿਤੀ ਚ ਆ, ਉਹਦੇ ਨਾਲ ਤਾਂ ਮਿਲੀਅਨ ਟਾਈਮਸ ਬੈਟਰ ਹੈ ਨਾ। ਅੱਛਾ, ਫੇਰ ਜਿਵੇਂ ਇਹ ਗੱਲ ਕਹਿੰਦਾ ਕਿ ਅਸੀਂ ਆਪਣਾ ਪਾਸਟ ਜਿਹੜੀ ਸੱਭਿਆਚਾਰਕ ਮੈਮਰੀ ਆ, ਜਿਵੇਂ ਉਸ ਦਿਨ ਆਪਣਾ ਕੀ ਕਹਿ ਰਿਹਾ ਸੀ, ਸਾਰਾ ਐਮਫਸਾਈਜ਼ ਕਰ ਰਿਹਾ ਸੀ ਬਈ ਉਹ ਬਹੁਤ ਖੂਬਸੂਰਤ ਮੈਮਰੀ ਆ ਜਿਹੜੀ ਸਾਡੇ ਕੋਲ। ਮੈਮਰੀ ਤਾਂ ਉਹ ਆ ਜਿਹੜੀ ਉਹਦੇ ਨਾਵਲ ਚ ਪਈ ਆ, ਉਹ ਮੈਮਰੀ ਤਾਂ ਬਹੁਤ ਹੀ ਕਰੂਅਲ ਆ। ਅੱਛਾ, ਹੁਣ ਦੀ ਲਾਈਫ ਆ ਜਿਹੜੀ ਮੋਰਲੀ ਵੀ ਉਹਦੇ ਨਾਲੋਂ ਬਹੁਤ ਜ਼ਿਆਦਾ ਅੱਗੇ ਆ। ਉੱਥੇ ਕਿਸ ਕਿਸਮ ਦੀਆਂ ਮਤਲਬ ਇਹਨਾਂ ਦੀਆਂ ਬਿਕਰੀਆਂ ਕੀ ਮਤਲਬ ਉਹਦਾ ਇਹੋ ਜਿਹਾ ਮਾਹੌਲ ਆ ਕਿ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਹੁਣ ਤੋਂ ਪਹਿਲਾਂ ਜਿਹੜੇ ਬਹੁਤੀਆਂ ਪਿੰਡਾਂ ਦੇ ਵਿੱਚ ਜਿਹੜੀਆਂ ਲੇਡੀਜ਼ ਆਉਂਦੀਆਂ ਨੇ ਉਹ ਮਤਲਬ ਮੁੱਲ ਆਉਂਦੀਆਂ ਨੇ, ਮੁੱਲ ਦੀਆਂ ਹੁੰਦੀਆਂ ਸੀ। ਮੈਂ ਨਾ ਇਸ ਮਸਲੇ ਤੇ ਥੋੜੀ ਗੱਲ ਕਰਨੀ ਚਾਹਣਾ ਮੁੱਲ ਵਾਲੀ ਜੀ। ਹਾਂ, ਕਿ ਜਦੋਂ ਨਾਵਲਾਂ ਦੇ ਵਿੱਚ ਵੀ ਚਾਹੇ ਉਹ ਅਸੀਂ ਮੁੱਲ ਦਾ ਮਾਸ ਸੋਹਣ ਸਿੰਘ ਸੀਤਲ ਦਾ ਦੇਖੀਏ, ਤੇ ਚਾਹੇ ਨਾਟਕਾਂ ਦੇ ਵਿੱਚ ਵੀ ਚਾਹੇ ਝਨਾਂ ਦੇ ਪਾਣੀ ਜਮੇਰ ਔਲਖ ਦਾ ਦੇਖੀਏ, ਤੇ ਚਾਹੇ ਇੱਕ ਰਮਾਇਣ ਹੋਰ ਦੇਖੀਏ, ਕਿਸਾਨੀ ਦੀ ਇੱਕ ਵੱਡੀ ਸਮੱਸਿਆ ਓਨੀ ਹੀ ਰਹੀ ਹੈ ਜਿੰਨੀ ਜ਼ਮੀਨ ਤੇ ਕਰਜ਼ਾ ਰਹੀ ਹੈ, ਓਨੀ ਹੀ ਔਰਤ ਦੀ ਭੁੱਖ ਵੀ ਰਹੀ ਹੈ। ਉਹ ਜਦੋਂ ਅਸੀਂ ਸਟੈਟਿਕਸ ਤੇ ਨਜ਼ਰ ਮਾਰਦੇ ਹਾਂ ਕਿ ਜਦੋਂ ਸਾਨੂੰ ਲੱਗਦਾ ਹੈ ਕਿ 1000 ਬੰਦੇ ਦੇ ਪਿੱਛੇ 873 74 ਔਰਤਾਂ ਨੇ, ਤੇ ਉਹਦੇ ਵਿੱਚੋਂ ਇਹ ਕਿ 10 ਚੋਂ ਇੱਕ ਬੰਦੇ ਨੇ ਛੜਾ ਰਹਿ ਜਾਣਾ, ਤੇ ਛੜਾ ਉਹਨੇ ਰਹਿ ਜਾਣਾ ਹੈ ਕਿ ਜਿਹਦੇ ਕੋਲ ਜਿਹੜਾ ਗਰੀਬ ਆ, ਜਿਹਦੇ ਕੋਲ ਜ਼ਮੀਨ ਘੱਟ ਆ, ਤੇ ਉਹ ਉਸ ਸਥਿਤੀ ਦੇ ਵਿੱਚ ਜਾ ਕੇ ਚਾਹੇ ਇੱਕ ਰਮਾਇਣ ਹੋਰ ਵਾਪਰੇ ਕਿ ਦਿਓਰ ਜੇਠ 3-4 ਜਾਣੇ, ਚਾਹੇ ਉਹ ਬਲਵੰਤ ਸਿੰਘ ਦਾ ਨਾਵਲ ਨਿਧਾਨਾ ਸਾਧ ਨਹੀਂ ਵਾਪਰੇ ਕੋਟਕਪੂਰੇ ਵਾਲੇ ਦਾ, ਉਹ ਇੱਕ ਤਾਂ ਇਹ ਸਥਿਤੀ ਆ। ਦੂਜੀ ਸਥਿਤੀ ਹੈ ਕਿ ਮੁੱਲ ਦੀ ਤੀਵੀਂ ਲਿਆਈ ਜਾਵੇ, ਚਾਹੇ ਗੰਗੋ ਹੋਵੇ। ਇਹ ਜਿਹੜੀ ਸਥਿਤੀ ਹੈਗੀ ਆ ਉਹ ਇੰਨਾ ਕਲਚਰਲੀ ਗੁੰਝਲਦਾਰ ਕਰ ਦਿੰਦੀ ਆ ਕਿ ਸਾਡੇ ਬਹੁਤ ਸਾਰੇ ਨਾਵਲਕਾਰ, ਚਾਹੇ ਸੋਹਣ ਸਿੰਘ ਸੀਤਲ, ਕੁੜੀ ਦਾ ਵਿਆਹ ਕਰਨਾ ਉਹਦੇ ਲਈ ਖਰਚਾ ਨਹੀਂ ਤੇ ਉਹ ਕੁੜੀ ਵੇਚ ਦਿੱਤੀ ਜਾਂਦੀ ਹੈ। ਉਹ ਚਾਹੇ ਮੁੱਲ ਦਾ ਮਾਸ ਹੋਵੇ, ਚਾਹੇ ਇੱਕ ਰਮਾਇਣ ਹੋਰ ਹੋਵੇ, ਚਾਹੇ ਗੰਗੋ ਹੋਵੇ, ਜਿਹੜਾ ਇਹ ਔਰਤ ਨਾਲ ਜਿਹੜਾ ਰਿਲੇਸ਼ਨ ਆ ਤੇ ਜਿਹੜਾ ਉਹ ਕਲਚਰਲੀ ਉੱਥੇ ਜਿਹੜੀਆਂ ਪ੍ਰੋਬਲਮ ਕ੍ਰੀਏਟ ਕਰਦਾ ਹੈ, ਉਹ ਜਿਹੜੀਆਂ ਸਾਰੀਆਂ ਪ੍ਰੋਬਲਮ ਕ੍ਰੀਏਟ ਕਰਦਾ, ਜਿਹਦੇ ਕਰਕੇ ਭਾਨੋ ਇਹੋ ਹਮਾਰਾ ਜੀਵਨਾਂ ਦੇ ਵਿੱਚ ਦਲੀਪ ਕੌਰ ਟਵਾਣਾ ਦੇ ਉਹ ਕਸੂਤੇ ਥਾਂ ਸੱਟ ਮਾਰਦੇ ਆ
ਦਿਓਰ ਜੇਠ ਆ ਜਿਹੜੇ ਭਾਨੋ ਦੇ, ਦਿਓਰ ਜੇਠ ਆ ਜਿਹੜੇ ਭਾਨੋ ਦੇ, ਉਹ ਉਹਦੇ ਹਸਬੈਂਡ ਦੇ ਕਸਤੂਤੇ ਥਾਂ ਸੱਟ ਮਾਰਦੇ ਆ। ਇਹ ਜਿਹੜੀਆਂ ਗੱਲਾਂ ਨੇ ਇਹ ਉਸ ਤਾਣੇ ਬਾਣੇ ਦਾ ਹਿੱਸਾ ਨੇ ਸਾਰੀਆਂ। ਤਾਂ ਇਹ ਜਿਹੜੀ ਸਮੱਸਿਆ ਹੈ ਨਾ, ਇਹ ਸਮੱਸਿਆ ਤਾਂ ਕਰਜ਼ੇ ਜਿੰਨੀ ਹੀ ਇਹ ਗੰਭੀਰ ਸਮੱਸਿਆ ਹੈ। ਇਹ ਨਹੀਂ ਹੈ ਜ਼ਿੰਦਗੀ ਜਿੰਦਰਪਾਲ, ਉਹ ਨਾਵਲ ਪੜ੍ਹ ਕੇ ਤੇ 15 ਸਫ਼ੇ ਪੜ੍ਹ ਕੇ ਮੈਂ ਤਾਂ ਹੈਰਾਨ ਰਹਿ ਗਿਆ। ਉਥੇ ਕੀ ਆ, ਮਤਲਬ ਪਿੰਡ ਦੇ ਵਿੱਚ ਸਭ ਤੋਂ ਵੱਧ ਰੈਗਿੰਗ ਕਿਸ ਦੀ ਹੁੰਦੀ ਆ? ਬੱਚੇ ਦੀ। ਤੂੰ ਤਾਂ ਸਾਰਾ ਫਲਾਨੀ ਚੂੜੀ ਦਾ ਪੁੱਤ ਆ, ਤੇਰਾ ਪਿਓ ਚੂੜੀ ਕੱਢ ਕੇ ਲੈ ਕੇ ਆਇਆ ਸੀ। ਆਹੋ, ਅੱਛਾ, ਉਹ ਉਹਨੂੰ ਮੁੱਲ ਲੈ ਕੇ ਆਇਆ ਸੀ। ਬੱਚੇ ਦੀ ਜਿੰਨੀ ਐਕਸਪਲੋਇਟੇਸ਼ਨ ਆ, ਜਿੰਨੀ ਰੈਗਿੰਗ ਬੱਚੇ ਦੀ ਆ, ਉੱਥੇ ਮਾਂ ਵੀ ਕੁੱਟਦੀ ਆ, ਪਿਓ ਵੀ ਕੁੱਟਦਾ, ਤੇ ਮਤਲਬ ਜਿਹੜੀ ਸੁਸਾਇਟੀ ਆ ਉਹ ਵੀ ਕੁੱਟਦੀ ਆ ਉਹਨੂੰ ਮਤਲਬ ਉਹਦੀ ਬੋਡੀ ਨੂੰ ਵੀ ਮਤਲਬ ਸੈਕਸ਼ੂਅਲੀ ਐਕਸਪਲੋਇਟ ਕੀਤਾ ਜਾਂਦਾ। ਮਤਲਬ ਇੰਨੀ ਕੁ ਜ਼ਿਆਦਾ ਗੰਦਗੀ ਆ ਉਸ ਸਮਾਜ ਦੇ ਵਿੱਚ। ਤੇ 3 ਬੰਦਿਆਂ ਤੇ ਆ, 3 ਚੀਜ਼ਾਂ ਤੇ। ਨੰਬਰ 1, ਸਭ ਤੋਂ ਵੱਧ ਜਿਹੜੀ ਸ਼ਿਕਾਰ ਹੈਗਾ ਉਹ ਬੱਚਾ। ਉਹਨੂੰ, ਬੱਚੇ ਨੂੰ ਮਾਂ ਵੀ ਕੁੱਟਦੀ ਆ, ਪਿਓ ਵੀ ਕੁੱਟਦਾ, ਸਕੂਲ ਵੀ ਕੁੱਟਦਾ, ਤੇ ਆਂਢ ਗੁਆਂਢ ਵੀ ਕੁੱਟਦਾ। ਤੇ ਦੂਸਰੇ ਨੰਬਰ ਤੇ ਔਰਤ ਆ। ਔਰਤ ਵਿਚਾਰੀ, ਮਤਲਬ ਔਰਤ ਤਾਂ ਮਤਲਬ ਐਕਸਟ੍ਰੀਮ ਤੇ ਐਕਸਪਲੋਇਟਡ ਹੈਗੀ ਆ। ਉਹਦੇ ਮਤਲਬ ਸਾਰੇ ਕੰਮ ਦਾ ਭਾਰ ਉਹਦੇ ਤੇ ਆ। ਸਵੇਰੇ ਸਾਜਰੇ ਉੱਠ ਖੜਦੀ ਆ। ਹੁਣ ਮਤਲਬ ਜੇ ਆਪਾਂ ਇੰਨਾ ਹੀ ਦੇਖੀਏ ਕਿ ਉਹ ਬੰਦੇ ਮਤਲਬ ਨਰਮਾ ਬੀਜਦਾ ਜੱਟ ਨੇ, ਤਾਂ ਉਹ ਔਰਤ ਨੇ ਉਹਨੂੰ ਚੁਗਣਾ ਵੀ ਆ, ਉਹਨੂੰ ਵੇਲਣਾ ਵੀ ਆ, ਉਹਨੂੰ ਇਹ ਉਹ ਫਲਾਣਾ ਖੱਟੀ ਤੱਕ, ਮਤਲਬ ਕਿੰਨੀ ਆ। ਇਸੇ ਤਰ੍ਹਾਂ ਅਨਾਜ ਦੀ ਕਹਾਣੀ ਆ। ਮਤਲਬ ਜੇ ਬੰਦੇ ਦੇ ਨੇ 1% ਕੰਮ ਕਰਨਾ ਤਾਂ ਔਰਤ ਨੇ 100 ਗੁਣਾ ਤੋਂ ਵੱਧ ਕੰਮ ਕਰਨਾ, ਔਰ ਉਹਨੇ ਕਿਸ ਲੈਵਲ ਤੱਕ ਐਕਸਪਲੋਇਟ ਹੋਣਾ, ਔਰ ਉਹਦੀ ਜਿਹੜੀ ਪ੍ਰੋਡਕਸ਼ਨ ਆ ਉਹਦੀ ਵੈਲਿਊ ਕੋਈ ਨਹੀਂ ਹੈ। ਇਸੇ ਤਰ੍ਹਾਂ ਬੱਚੇ ਨਾਲ ਵੀ ਇਹੀ ਕੁਝ ਹੋ ਰਿਹਾ। ਤੇ ਤੀਜਾ ਹੈਗਾ ਜਿਹੜਾ ਦਲਿਤ ਆ ਪਿੰਡ 'ਚ। ਮਤਲਬ ਪਿੰਡ ਉਹ ਚੂੜਿਆ, ਉਹ ਫਲਾਨਿਆ, ਉਹ ਤੂੰ ਇੱਧਰ, ਉਹ ਤੂੰ ਇਹ ਉਹ, ਮਤਲਬ ਇੰਨਾ ਅਨਐਥੀਕਲ, ਇੰਨਾ ਕਰੂਅਲ, ਇੰਨਾ ਵਾਇਲੈਂਸ ਦੇ ਨਾਲ ਭਰਿਆ ਹੋਇਆ ਜਿਹੜਾ ਪੰਜਾਬ ਸੀਗਾ। ਤੇ ਅੱਜ ਅਸੀਂ ਜਿੱਥੇ ਬੈਠੇ ਹਾਂ ਤਾਂ ਬਹੁਤ ਜ਼ਿਆਦਾ ਖੂਬਸੂਰਤ ਆ ਉਹਦੇ ਨਾਲ। ਪਰ ਸਾਡਾ ਜਿਹੜਾ ਰਾਈਟਰ ਆ ਉਹ ਮਤਲਬ ਪੁਰਾਣੇ ਨੂੰ ਰੋਮਾਂਟਿਸਾਈਜ਼ ਕਰ ਲੈਂਦਾ, ਫਿਊਚਰ ਦੀਆਂ ਦੇ ਵਿੱਚ ਮਤਲਬ ਉਹ ਦੇਖਣ ਲਈ। ਹੁਣ ਮਤਲਬ ਉਹ ਕਹਿ ਦਿੰਦਾ ਬਈ ਉਹਦਾ ਬੜਾ ਵਧੀਆ ਰਿਲੇਸ਼ਨਸ਼ਿਪ ਆ ਨੇਚਰ ਦੇ ਨਾਲ, ਤੇ ਨੇਚਰ ਨੂੰ ਹੀ ਅਸੀਂ ਮਤਲਬ ਹੋਰ ਤਰ੍ਹਾਂ, ਐਗਰੀਕਲਚਰ ਖੁਦ ਹੀ ਐਂਟੀ ਨੇਚਰ ਹੈ। ਐਗਰੀਕਲਚਰ ਦਾ ਆਉਣਾ ਮਤਲਬ ਹੀ ਮਤਲਬ ਨੇਚਰ ਦੀ ਵਾਇਲੇਸ਼ਨ। ਐਗਰੀਕਲਚਰ ਨੇ ਹੀ ਕਲਾਸ ਸੁਸਾਇਟੀ ਪੈਦਾ ਕੀਤੀ ਆ, ਉਹਨੇ ਹੀ ਕਲਾਸ ਐਂਟਾਗੋਨਿਜ਼ਮ ਪੈਦਾ ਕੀਤਾ, ਉਹਨੇ ਹੀ ਲੁਟੇਰੇ ਪੈਦਾ ਕੀਤੇ ਨੇ, ਉਹਨੇ ਹੀ ਸਾਧ ਪੈਦਾ ਕੀਤੇ ਨੇ। ਉਹਨੇ ਜਦੋਂ ਸਰਪਲਸ ਜਨਰੇਟ ਹੋ ਗਈ, ਸਰਪਲਸ ਤੇ ਸਾਰੀ ਲੜਾਈ ਸ਼ੁਰੂ ਹੋ ਗਈ। ਚੰਗੇ ਭਲੇ ਲੋਕ ਆਪਣੇ ਮਤਲਬ ਜੰਗਲਾਂ 'ਚ ਰਹਿੰਦੇ ਸੀ, ਖਾਂਦੇ ਸੀ, ਪੀਂਦੇ ਸੀ, ਗਾਉਂਦੇ ਸੀ, ਇੰਜੋਏ ਕਰਦੇ ਸੀ। ਸੋ ਲਾਈਫ ਨੂੰ ਏਦਾਂ ਨਹੀਂ ਦੇਖਿਆ ਜਾ ਸਕਦਾ। ਲਾਈਫ ਨੂੰ ਤਾਂ ਸਮੁੱਚਤਾ ਦੇ ਵਿੱਚ ਵਿਦ ਇਟਸ ਕੰਟਰਡਿਕਸ਼ਨਸ, ਮਤਲਬ ਦੀ ਸਾਰੀ ਡਾਇਨਾਮਿਕਸ ਨੂੰ ਦੇਖਣਾ। ਮਤਲਬ ਮੇਰੇ ਖਿਆਲ 'ਚ ਬਹੁਤ ਕਮਾਲ ਦੀ ਥਾਂ ਆਪਾਂ ਪਹੁੰਚ ਗਏ ਹਾਂ। ਜ਼ਫਰ ਕਿੱਧਰ ਚਲੇ ਗਿਆ? ਕਨੈਕਟਿੰਗ ਟੂ ਆ ਗਿਆ। ਨਹੀਂ ਚਲੋ ਮੇਰੇ ਖਿਆਲ ਇੰਟਰਸਟਿੰਗ ਆ ਇਹ। ਮਤਲਬ ਮੈਨੂੰ ਲੱਗਿਆ ਵੀ ਇਹ ਨਾਵਲ ਨਾ ਆਪਾਂ ਨੂੰ ਪੜ੍ਹਨੇ ਚਾਹੀਦੇ ਨੇ, ਹਨਾ? ਇੱਕ ਤਾਂ ਲੱਗਿਆ, ਹਨਾ? ਆਹੀ ਵੈਸੇ ਨਾਵਲ ਵੈਸੇ ਜਿੰਦਰਪਾਲ ਨੇ ਤਾਂ ਅੱਜ ਪੂਰੀ ਆਪਣੇ ਤੇ ਤਵਾ ਲਾਤਾ ਵੀ ਜਿਹੜੇ 10 ਉਹ ਪੜ੍ਹ ਲੈਂਦੇ ਨੇ, ਜਿਹੜੇ ਨਾ। ਇਹ ਤਾਂ ਫਿਰ ਤੁਹਾਡੀ ਗਲਤੀ ਹੈ ਨਾ, ਤੁਸੀਂ ਸਾਨੂੰ ਸਹੀ ਨਾਵਲ ਨਹੀਂ ਦੱਸਦੇ ਪੜ੍ਹਨ ਲਈ। ਜਿੰਦਰਪਾਲ ਨੇ ਬਹੁਤ ਮੈਨੂੰ ਆ ਪੜ੍ਹਾਤਾ ਬਾਬੇ ਕੀ ਆ ਇਹ ਜਿਹੜਾ ਆਖਰੀ ਬਾਬੇ। ਤੇ ਮੈਂ ਇਹ ਰਜਿੰਦਰਪਾਲ ਨੇ ਮੈਨੂੰ ਅੱਜ ਤੱਕ ਨਹੀਂ ਦੱਸਿਆ ਵੀ ਉਹ ਪੜ੍ਹ ਕੀ ਆ ਗੁੱਸਾ। ਮੈਨੂੰ ਤਾਂ ਨਾਵਲ ਲੱਗਿਆ। ਲਹੂ ਮਿੱਟੀ ਤਾਂ ਪੜ੍ਹਿਆ ਤੁਸੀਂ ਸੇਖੋਂ ਸਾਹਿਬ ਦਾ? ਨਹੀਂ, ਉਹ ਨਹੀਂ ਪੜ੍ਹਿਆ। ਬਸ ਜੇ ਲਹੂ ਮਿੱਟੀ ਪੜ੍ਹ ਲਓ ਤਾਂ ਸਾਰੇ ਉਹਦੇ ਹਾਥੀ ਦੀ ਪੈੜ 'ਚ ਆ ਜਾਣਗੇ। ਲਹੂ ਮਿੱਟੀ ਪੜ੍ਹ ਲੈਣਾ ਮੈਂ। ਕੀ ਹੈ ਵੀ ਲਹੂ ਮਿੱਟੀ 'ਚ? ਲਹੂ ਮਿੱਟੀ ਦੇ ਵਿੱਚ 12 ਦਾ ਬਰਤਾਂਤ ਆ, ਪੁਰਾਣਾ ਬਰਤਾਂਤ ਆ, ਪਰ ਉਹ ਸਾਰਾ ਕੁਝ ਕਿਵੇਂ ਕਿਸਾਨੀ ਦੀ ਕੀ ਸਮੱਸਿਆ ਸੀਗੀ, ਬਹੁਤ ਵਧੀਆ ਬਰਤਾਂਤ ਆ। ਮੈਂ ਤਾਂ ਹੁਣ ਇੱਕ ਬਲਵੀਰ ਪਰਵਾਨੇ ਦਾ ਸ਼ੋਰੂਮ, ਇੱਕ ਜਸਪਾਲ ਮਾਨਖੇੜੇ ਦਾ, ਹੁਣ ਮੈਂ ਉਹ ਨਹੀਂ ਪੜ੍ਹ ਕੇ ਹਟਿਆ। ਹੁਣ ਇਹ ਨਾਵਲ ਤਰ੍ਹਾਂ ਇੰਨੇ ਨਾ ਯਾਰ ਗਿਣਤੀ ਦੇ ਪੜਿਆ ਕਰ ਰਹੇ ਆ ਗਿਆ ਕਿ ਬੰਦਾ ਨਾ ਜੋ ਜ਼ਮੀਨ ਅਕਿਆਰ ਹੋ ਜਾਂਦੀ ਉਦੋਂ ਉਹਦੀ ਹਾਲਤ ਕੀ ਹੁੰਦੀ ਆ।
ਜਦੋਂ ਬੰਦਾ ਚੋਰੀ ਜ਼ਮੀਨ ਵੇਚ ਦਿੰਦਾ ਹੈਗਾ ਉਦੋਂ ਹਾਲਤ ਕੀ ਹੁੰਦੀ ਹੈਗੀ ਆ। ਉਹ ਅਸਲ ਦੇ ਵਿੱਚ ਇੱਕ ਮਾਨਸਿਕ ਸਥਿਤੀਆਂ ਦਾ ਚਿੱਤਰਣ ਆ ਨਾ ਜਿਹੜਾ, ਉਹ ਸਾਡੇ ਲਈ ਬੜੀ ਸਧਾਰਨ ਗੱਲ ਹੈਗੀ ਹੈ ਕਿ ਠੀਕ ਆ ਇਹ ਇੱਕ ਦਿਨ ਖੇਤੀਬਾੜੀ ਨੇ ਖਤਮ ਹੋਣਾ ਹੀ ਸੀ, ਪੂੰਜੀਵਾਦ ਆ ਜਾਣਾ ਸੀ, ਕੋਈ ਗੱਲ ਨਹੀਂ, ਨਵੀਂ ਜ਼ਿੰਦਗੀ ਆ ਗਈ। ਪਰ ਜਿਨ੍ਹਾਂ ਤੇ ਉਹ ਵਾਪਰਦੀ ਆ, ਉਹ ਵਿਰਸਿਆਂ ਤੇ ਜਿਨ੍ਹਾਂ ਤੇ ਵਾਪਰਦੀ ਆ, ਉਹ ਬੜਾ ਮਹੱਤਵਪੂਰਨ ਆ। ਨਹੀਂ ਇਹ ਤਾਂ ਬਿਲਕੁਲ, ਮਤਲਬ ਮੈਂ ਤਾਂ ਇਹੀ ਲਿਖਿਆ ਵੀ ਹੁਣ ਮਤਲਬ ਵਾਪਸ ਪਿੰਡਾਂ ਵੱਲ ਨੂੰ ਜਾਣਾ ਪੈਂਦਾ। ਜਿਹੜੀ ਨੈਰੋਬੀਅਨ ਜਿਹੜੀ ਸੀਗੀ ਪੋਲਿਟਿਕਸ ਤੇ ਆਪਣੀ ਇਕਨੋਮੀ, ਉਹ ਗਾਂਧੀਅਨ ਦੇ ਵਿੱਚ ਟ੍ਰਾਂਸਲੇਟ ਕਰਨੀ ਪੈਣੀ, ਵਾਪਸ ਉਧਰ ਨੂੰ ਮੁੜਨਾ ਪੈਣਾ। ਕਿਉਂਕਿ ਹੁਣ ਮਤਲਬ ਸ਼ਹਿਰ ਤਾਂ ਬੰਦਿਆਂ ਨੂੰ ਸੰਭਾਲ ਹੀ ਨਹੀਂ ਸਕਿਆ, ਪਿੰਡਾਂ ਨੂੰ ਭੱਜੇ ਸਾਰੇ। ਇੰਨੀ ਜ਼ਿਆਦਾ ਤਰੱਕੀ, ਇੰਨੀਆਂ ਬਿਲਡਿੰਗ, ਇੰਨਾ ਕੁਛ, ਤੇ ਉਹ ਇਹਦੇ ਵਿੱਚ ਵੀ ਆਉਂਦਾ ਬੰਦੇ ਮਤਲਬ ਥੱਲੇ ਰੁੜੇ ਫਿਰਦੇ ਨੇ ਤੇ ਉੱਤੋਂ ਦੀ ਜਹਾਜ਼ ਲੰਘ ਰਿਹਾ। ਮਤਲਬ ਅਜੀਬ ਆ। ਮਤਲਬ ਜਿਹੜੇ ਬੰਦੇ ਸ਼ਹਿਰ ਕੰਸਟਰਕਟ ਕਰਦੇ ਨੇ ਉਹਨਾਂ ਨੂੰ ਸ਼ਹਿਰ ਸੰਭਾਲ ਨਹੀਂ ਸਕਦਾ। ਪਿੰਡ ਨੂੰ ਬਿਲਡ ਕਰਨ ਵਾਲੇ ਬੰਦਿਆਂ ਨੂੰ ਪਿੰਡ ਨੇ ਬਹੁਤ ਵਧੀਆ ਤਰ੍ਹਾਂ ਨਾਲ ਸੰਭਾਲ ਕੇ ਰੱਖਿਆ। ਜਿਹੜੀ ਭਾਈਚਾਰਕ ਪੋਲਿਟਿਕਸ ਆ, ਉਹ ਮਤਲਬ ਸਾਡੀ ਇਸ ਪੋਲਿਟਿਕਸ ਨਾਲੋਂ ਕਿਤੇ ਜ਼ਿਆਦਾ ਵਧੀਆ ਸੀ। ਜਦੋਂ ਪਿੰਡ ਬਿਲਕੁਲ ਜਿਹੜੀ ਪੋਲਿਟਿਕਸ ਸੀਗੀ ਉਹ ਤੋਂ ਆਜ਼ਾਦ, ਆਪਣੇ ਆਪ ਦੇ ਵਿੱਚ ਸੋਸ਼ਲੀ ਆਰਗੇਨਾਈਜ਼ ਕਰ ਰਿਹਾ ਸੀ ਆਪਣੇ ਆਪ ਨੂੰ, ਉਹ ਜ਼ਿਆਦਾ ਅੱਛਾ ਸੀ। ਇਹ ਬਹੁਤ ਬੰਦੇ ਤੁਹਾਡੇ ਤੇ ਇਹ ਵੀ ਦੋਸ਼ ਲਾਉਣਗੇ ਕਿ ਤੁਹਾਡਾ ਰੋਮਾਂਟਿਕ ਦ੍ਰਿਸ਼ਟੀਕੋਣ ਆ, ਜਿਨ੍ਹਾਂ ਨਾਲ ਉੱਥੇ ਜਾਤੀ ਭੇਦਭਾਵ ਹੋ ਰਿਹਾ ਸੀਗਾ, ਜਿਹੜੇ ਬੰਦਿਆਂ ਨੂੰ ਨਾਕ ਨਾ ਧਰੇ ਜਾ ਰਹੇ ਸੀਗੇ, ਉਹ ਲੋਕ ਤਾਂ ਇਹ ਸੋਚਦੇ ਆ ਕਿ ਉਹ ਹਾਲਤ ਬਹੁਤ ਮਾੜੀ। ਮੈਂ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਆ ਕਿ ਜਿਹੜੀ ਇਹ ਤਿੰਨ ਧਿਰਾਂ ਨਾਲ ਬਹੁਤ ਜ਼ਿਆਦਤੀ ਹੁੰਦੀ ਸੀ, ਬਹੁਤ ਜ਼ਿਆਦਾ ਜ਼ਿਆਦਤੀ ਸੀਗੀ। ਬਾਕੀ ਜਿਹੜਾ ਪਿੰਡ ਆ ਉਹ ਨਹੀਂ ਸੀ ਇਸ ਤਰ੍ਹਾਂ ਨਾਲ। ਉਹਦੇ ਵਿੱਚੋਂ ਜਦੋਂ ਤੁਸੀਂ ਫਿਊਚਰ ਕੰਸਟਰਕਟ ਕਰੋਗੇ, ਤੁਸੀਂ ਉਹ ਪੁਰਾਣੇ ਨੂੰ ਐਸ ਸੱਚ ਲਿਆ ਕੇ ਉੱਥੇ ਸਥਿਤ ਨਹੀਂ ਕਰੋਗੇ। ਸਰਟਨਲੀ ਜਿਹੜੀਆਂ ਉਹਨੂੰ ਕ੍ਰਿਟੀਕਲੀ ਤੁਸੀਂ ਰੀਸਟਰਕਚਰ ਕਰੋਗੇ ਨਾ। ਜਿਹੜੀ ਉੱਥੇ ਕਹਾਣੀ ਆ, ਅੱਜ ਜਿਹੜੀ ਐਕਸਪਲੋਇਟੇਸ਼ਨ ਆ, ਅੱਜ ਜਿਹੜੀ ਸਾਰੀ ਪ੍ਰੋਬਲਮ ਆ, ਉਹ ਹੈਗੀ ਇਹਦੀ ਸਟੇਟ ਦੀ ਕ੍ਰੀਏਟ ਕੀਤੀ ਹੋਈ। ਔਰ ਜਿਹੜੀ ਸੋਸ਼ਲ ਆ ਉਹਦੇ ਵਿੱਚੋਂ ਮਤਲਬ ਸਟੇਟ ਨੇ ਜਿਹੜੀਆਂ ਚੀਜ਼ਾਂ ਦੂਰ ਕਰਤੀਆਂ, ਉਹ ਦੂਰ ਕਰਤੀਆਂ। ਹੁਣ ਜਦੋਂ ਤੁਸੀਂ ਉਹਨੂੰ ਉਹਨਾਂ ਚੀਜ਼ਾਂ ਨੂੰ ਇਨਕਾਰਪੋਰੇਟ ਕਰਨਾ, ਮੈਂ ਇਸੇ ਕਰਕੇ ਕਹਿਣਾ ਕਿ ਨਾ ਹੀ ਆਪਾਂ ਸਾਰੀ ਚੀਜ਼ ਨੂੰ ਰਿਜੈਕਟ ਕਰ ਸਕਦੇ ਹਾਂ, ਨਾ ਹੀ ਐਕਸੈਪਟ ਕਰ ਸਕਦੇ ਹਾਂ। ਸਾਰੀ ਚੀਜ਼ ਮਿਊਟੇਸ਼ਨਸ ਦੇ ਵਿੱਚੋਂ ਦੀ ਚੱਲਦੀ ਹੈ। ਚਲ ਮੈਂ ਤੇ ਇੱਕ ਆਖਰੀ ਸਵਾਲ ਪੁੱਛ ਕੇ ਗੱਲ ਨੂੰ ਖਤਮ ਕਰਨੀ ਚਾਹਣਾ। 9:30 ਹੋਣ ਵਾਲੇ ਆ। ਬਈ ਤੁਹਾਡੇ ਖਿਆਲ ਚ ਜਿਹੜੇ ਪੰਜਾਬੀ ਨਾਵਲਕਾਰ ਨੇ ਉਹ ਤਿੰਨ ਰਾਹ ਸੁਝਾਉਂਦੇ ਨੇ। ਇੱਕ ਰਾਹ ਤਾਂ ਇਹ ਸੁਝਾਉਂਦੇ ਨੇ ਕਿ ਬੰਦਾ ਖੁਦਕੁਸ਼ੀ ਕਰ ਜੇ। ਦੂਜਾ ਜਿਹੜਾ ਰਾਹ ਸੁਝਾਉਂਦੇ ਨੇ ਕਿ ਬੰਦਾ ਸਰਵਿਸ ਸੈਕਟਰ ਦੇ ਵਿੱਚ ਨੌਕਰੀ ਲੱਭ ਲੇ, ਚਾਹੇ ਫੌਜੀ ਬਣ ਜੇ, ਚਾਹੇ ਮਾਸਟਰ ਬਣ ਜੇ, ਚਾਹੇ ਵਕੀਲ ਬਣ ਜੇ, ਚਾਹੇ ਬਾਹਰਲੇ ਦੇਸ਼ ਚਲਿਆ ਜਾਵੇ। ਤੇ ਤੀਜਾ ਰਾਹ ਉਹ ਇਹ ਸੁਝਾਉਂਦੇ ਆ ਕਿ ਨਹੀਂ, ਉੱਥੇ ਹੀ ਉਹ ਸਹਾਇਕ ਧੰਦੇ ਲੈ ਕੇ, ਉੱਥੇ ਹੀ ਉਹ ਨਵੀਆਂ ਤਕਨੀਕਸ ਲੈ ਕੇ ਜੂਝੇ। ਇਹਨਾਂ ਤਿੰਨਾਂ ਮਾਡਲ ਦੇ ਵਿੱਚੋਂ, ਇਹਨਾਂ ਤਿੰਨਾਂ ਢੰਗਾਂ ਦੇ ਵਿੱਚੋਂ ਤੁਹਾਨੂੰ ਕੀ ਲੱਗਦਾ ਹੈ ਕਿ ਅਸਲ ਰਾਹ ਕੀ ਆ ਕਿ ਜਿਹਦੇ ਤੱਕ ਨਾਵਲਕਾਰ ਪੁੱਜ ਨਹੀਂ ਰਿਹਾ? ਮੈਂ ਇਹ ਚਾਹੁੰਦਾ, ਜੋ ਮਤਲਬ ਦੈਟਸ ਮਾਈ ਵਿਜ਼ਨ, ਮਤਲਬ ਦੈਟਸ ਨਾਟ ਮਤਲਬ ਰਿਐਲਿਟੀ ਜਾਂ ਕੁਝ ਵੀ ਗੱਲ। ਇਹ ਮੈਨੂੰ ਤੁਸੀਂ ਮੇਰਾ ਰੋਮਾਂਟਿਸਿਜ਼ਮ ਵੀ ਕਹਿ ਸਕਦੇ ਹੋ, ਇਹ ਸਾਰਾ ਕੁਝ ਕਹਿ ਸਕਦੇ ਹੋ। ਪਰ ਮੈਂ ਰੋਮਾਂਟਿਸਿਜ਼ਮ, ਮੈਂ ਜਿਹੜੀ ਗੱਲ ਕਰ ਰਿਹਾ ਉਹ ਆ ਜਿਹੜੀਆਂ ਸਾਰੀਆਂ ਟੈਕਨੋਲੋਜੀ, ਸਾਰਾ ਕੁਝ ਪੋਸੀਬਲ ਆ। ਹੁਣ ਇਸ ਵੇਲੇ ਪੋਸੀਬਲ ਆ। ਮੇਰੀ ਬਿਲਕੁਲ ਕਲੀਅਰ ਕੱਟ ਇਹ ਮਤਲਬ ਸੋਚ ਆ ਕਿ ਕਿਸਾਨੀ ਦੇ ਲੈਵਲ ਤੇ ਸਟੇਟ ਵੀ ਫੇਲ ਹੋ ਗਈ, ਕਾਰਪੋਰੇਟ ਵੀ ਫੇਲ ਹੋ ਗਿਆ, ਮੀਨਸ ਮੰਡੀ ਵੀ ਫੇਲ ਹੋ ਗਈ, ਇਹ ਵੀ ਫੇਲ ਹੋ ਗਈ। ਸਾਨੂੰ ਪੰਜਾਬ ਕੋਲ ਬਹੁਤ ਵਾਸਟ ਤੇ ਰਿਚ ਐਕਸਪੀਰੀਅੰਸ ਆ ਚੀਜ਼ਾਂ ਨੂੰ ਸੋਸ਼ਲੀ ਪ੍ਰੋਡਿਊਸ ਕਰਨ ਦਾ ਤੇ ਕੰਜ਼ਿਊਮ ਕਰਨ ਦਾ। ਉਸ ਸਾਰੀ ਵਿਜ਼ਨ ਨੂੰ ਲੈ ਕੇ, ਨਵੀਂ ਟੈਕਨੋਲੋਜੀ ਨੂੰ ਲੈ ਕੇ ਅਸੀਂ ਪਿੰਡਾਂ ਨੂੰ ਇਸ ਢੰਗ ਨਾਲ ਰੀਕਨਸਟਰਕਟ ਕਰ ਸਕਦੇ ਹਾਂ ਕਿ ਜਿਹੜੀਆਂ ਵਿਗਾੜ ਨੇ ਉਹਨਾਂ ਨੂੰ ਬਹੁਤ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ। ਔਰ ਲੋਕਾਂ ਦੀਆਂ ਪ੍ਰੋਬਲਮਸ ਬਹੁਤ ਹੱਦ ਤੱਕ, ਮੈਂ ਤਾਂ ਨਹੀਂ ਕਹਿ ਸਕਦਾ ਕਿ ਐਬਸੋਲੂਟਲੀ ਉਹ ਸੋਲਵ ਹੋ ਜਾਣਗੀਆਂ। ਅਸੀਂ ਇੱਕ ਪੋਜ਼ਿਟਿਵ ਡਾਇਰੈਕਸ਼ਨ 'ਚ ਲਿਜਾ ਸਕਦੇ ਹਾਂ। ਇਹ ਮੈਨੂੰ ਮਤਲਬ ਮੇਰੀ ਸੋਚ ਆ, ਇਹਦੇ ਤੇ ਮੈਂ ਕੰਮ ਕਰ ਰਿਹਾ। ਹੁਣ ਅਗਲਾ ਬਸ ਇਸ ਸੋਚ ਤੇ ਮੈਨੂੰ ਲੱਗਦਾ ਅਮਰਜੀਤ ਬੁਲਾ ਲੈਨੇ ਆ। ਨਹੀਂ, ਅਗਲਾ ਰੱਖ ਲਿਆ ਪਤ ਸਾਹਿਬ ਉਹ ਜ਼ਫਰ ਨੇ। ਆਪਾਂ ਅਗਲਾ ਰੱਖਣਾ ਪਾਵਰ ਤੇ। ਮੈਂ ਗੱਲ ਕਰਨੀ ਹੈ, ਗੱਲ ਕਰ ਲਾਂ ਪਹਿਲਾਂ। ਗੱਲ ਕਰ ਲਾ। ਉਹ ਹੈਗਾ ਪਾਵਰ ਤੇ ਸਬਸਿਡੀ। ਆਹ ਵੀ ਗੱਲ ਤਾਂ ਅੱਗੇ ਤੁਰਨੀ ਚਾਹੀਦੀ ਹੈ ਨਾ, ਜਾਂ ਫਿਰ ਉਹ ਤੋਂ ਬਾਅਦ ਇਹ ਰੱਖ ਲਿਓ ਵੀ ਹੁਣ ਜਿੱਦਾਂ ਮੈਂ ਵਿੱਚ ਕਰ ਲੂੰਗਾ, ਉਹ ਵੀ ਆਪਾਂ ਨੂੰ ਯੂਸਫੁਲ ਹੋ ਜਾਣਗੀਆਂ।
ਹਾਂ ਮੈਂ ਕਹਿੰਦਾ ਇਹਦੀ ਕੰਟੀਨਿਊਟੀ ਕਰ ਲਓ, ਉਹਨੂੰ ਨੈਕਸਟ ਤੇ ਰੱਖ ਲੈਂਦੇ। ਨਹੀਂ ਜ਼ਫਰ, ਉਹ ਜਿਹੜੀ ਇਹ ਗੱਲਾਂ ਦੇ ਨਾਲ ਮੇਰੀ ਵੀ ਤਾਂ ਕਲੈਰਿਟੀ, ਹੁਣ ਅੱਜ ਮੈਨੂੰ ਬਹੁਤ ਕਲੈਰਿਟੀ ਹੋਈ ਗੱਲਾਂ ਦੀ। ਮੈਨੂੰ ਨਹੀਂ ਮਤਲਬ ਇਹ ਨਹੀਂ ਕਿ ਮੈਂ ਆਪਣੀ ਕੋਈ ਗੱਲ ਕਹੀ ਆ, ਮੈਂ ਸਿੱਖਿਆ ਸਾਰੇ ਕਾਸੇ। ਜੋ ਮੈਂ ਗੱਲ ਕਹੀ ਆ ਉਹ ਇੱਥੋਂ ਸਿੱਖ ਕੇ ਹੀ ਕਹੀ ਹੈ।